ਜਦੋਂ ਵੀ ਗੁਫ਼ਤਗੂ ਹੋਵੇ ਮੇਰੇ ਨਾਲ ਕਰੋ, ਕਿਸੇ ਹੋਰ ਨਾਲ ਕਰੋ, ਤੁਸੀਂ ਇੰਨੇ ਆਰਾਮ ਸਕੂਨ ਦੇ ਨਾਲ ਇੱਕ ਨਰਮ ਤਰੀਕੇ ਨਾਲ ਗੋਸ਼ੀ ਨਾਲ ਗੱਲ ਟੋਰ ਕੇ, ਹਾਲਾਂਕਿ ਬਾਅਦ ਔਕਾਤ ਮੀਆਂ ਸਾਹਿਬ ਵੀ ਇਹ ਕਹਿੰਦੇ ਨੇ ਤੈਰ ਸਾਹਿਬ ਗੱਲ ਮੁਕਾ ਦਿਓ, ਇੰਨੀ ਲੰਮੀ ਕਰ ਛੱਡੀ, ਯਾਨੀ ਕਿ ਤੁਸੀਂ ਬੜੇ ਆਰਾਮ ਤਹੱਮਲ ਤਰੀਕੇ ਨਾਲ ਗੱਲ ਸਮਝਣ ਵਾਸਤੇ ਆਇਆ, ਨਾ ਕਿ ਕਾਊਂਟਰ ਨਰੇਟਿਵ, ਨਾ ਕਿ ਜੰਗ ਲੜਨ ਵਾਸਤੇ ਆਇਆ। ਇਸੇ ਹੀ ਤੈਰ ਸਾਹਿਬ ਨੂੰ ਮੈਂ ਜਦੋਂ ਵੇਖਿਆ ਅਮਰ ਲਤੀਫ ਸਾਹਿਬ ਦੀ ਬਰਾੜ ਤੇ ਅਮਰ ਨਜ਼ੀਰ ਦੀ, ਅਮਰ ਨਜ਼ੀਰ ਮੈਂ ਤਾਂ ਹੈਰਾਨ ਹੋ ਗਿਆ ਕਿ ਇਹ ਉਹੀ ਤੈਰ ਸਾਹਿਬ ਨੂੰ, ਤੈਰ ਸਾਹਿਬ ਪੂਰੀ ਤੋਂ ਉੱਥੇ ਸਟਾਰਟ ਹੀ ਟੋਨ ਤੋਂ ਲੈਂਦੇ ਨੇ ਤੇ ਐਂਡ ਵੀ ਟੋਨ ਤੇ ਕਰਦੇ ਨੇ, ਕਿਉਂਕਿ ਤੈਰ ਸਾਹਿਬ ਨੂੰ ਪਤਾ ਹੈ ਕਿ ਇੱਥੇ ਕੋਈ ਵੀ ਬੰਦਾ ਮੇਰੀ ਗੱਲ ਸਮਝਣ ਵਾਸਤੇ ਨਹੀਂ ਬਲਕਿ ਇੱਕ ਤਮਸਕਰਾ ਉਡਾਣ ਆਇਆ। ਅਗਰ ਮੈਂ ਥੋੜ੍ਹਾ ਜਿਹਾ ਵੀ ਵੀਕ ਪੁਆਇੰਟ ਦਿੱਤਾ ਇਹਨਾਂ ਨੇ ਮੇਰੇ ਤੋਂ ਚੜਾਈ ਕਰ ਜਾਣੀ ਹੈ। ਤੇ ਮੈਂ ਜਿਹੜੇ ਤੈਰ ਸਾਹਿਬ ਦਾ ਦੂਸਰਾ ਰੂਪ ਵੇਖਿਆ, ਮੈਂ ਕਿਹਾ ਇਹ ਹੁੰਦਾ ਇੱਕ ਨਜ਼ੀਰ ਸਾਹਿਬ, ਪੀਰ ਅਸਕਾਨੀ ਸਾਹਿਬ, ਇਹਨਾਂ ਨਾਲ ਬਹੁਤ ਪੁਰਾਣਾ ਤਾਲੁਕ ਹੈ ਔਰ ਇੱਕ ਲੰਬਾ ਅਰਸਾ ਜਿਹੜਾ ਨਾ ਇਹ ਲੋਕੀ ਮੇਰੇ ਇਖਲਾਕ ਦੀ, ਖੁਸ਼ ਗੁਫਤਾਰੀ ਦੀ ਤਾਰੀਫ ਕਰਦਿਆਂ ਨਹੀਂ ਸੀ ਥੱਕਦੇ, ਰਾਈਟ। ਔਰ ਮੈਂ ਹਜ਼ਾਰ ਇਖਤਲਾਫ ਦੇ ਬਾਵਜੂਦ ਜਿਸ ਤਰ੍ਹਾਂ ਇੱਥੇ ਗੁਫ਼ਤਗੂ ਕਰ ਰਿਹਾ, ਇਹ ਮਤਲਬ ਇਹ ਮਰਲਾ ਬੜੀ ਦੇਰ ਤੱਕ ਜਿਹੜਾ ਚੱਲਦਾ ਰਿਹਾ। ਔਰ ਮੈਂ ਇਸ ਚੀਜ਼ ਨੂੰ ਕਹਿ ਰਿਹਾ ਯਾਰ ਤੁਸੀਂ ਹਜ਼ਾਰ ਇਖਤਲਾਫ ਰੱਖੋ, ਤੁਸੀਂ ਯਾਰ ਤੁਸੀਂ ਪੌਰਾ ਸਾਹਿਬ, ਮੈਂ ਆਖਦਾ ਤੁਸੀਂ ਖੁਦਾ ਨੂੰ ਨਹੀਂ ਮੰਨਣਾ, ਅੱਲਾ ਦਾ ਤਸੱਵੁਰ ਤੁਸੀਂ ਨਹੀਂ ਮੰਨਣਾ, ਨਾ ਮੰਨੋ। ਇਸਲਾਮ ਨੂੰ ਨਹੀਂ ਮੰਨਣਾ, ਨਾ ਮੰਨੋ, ਤੁਹਾਡਾ ਹੱਕ ਹੈ। ਤੁਸੀਂ ਯਹੂਦੀਅਤ ਨੂੰ ਨਹੀਂ ਮੰਨਣਾ, ਈਸਾਈਅਤ ਨਹੀਂ ਮੰਨਣਾ, ਸਿੱਖਿਜ਼ਮ ਜਾਂ ਕਿਸੇ ਵੀ ਮਕਤਬ ਫਿਕਰ ਨਾਲ ਤਾਲੁਕ ਰੱਖਦੇ ਹੋ ਜਾਂ ਕਿਸੇ ਵੀ ਆਰਗੇਨਾਈਜ਼ਡ ਰਿਲੀਜਨ ਨਾਲ ਤਾਲੁਕ ਨਹੀਂ ਰੱਖਣਾ ਚਾਹੁੰਦੇ, ਤੁਹਾਡੀ ਆਪਸ ਦੇ ਵਿੱਚ ਜਿਹੜੇ ਇਖਤਲਾਫ ਰਾਏ, ਇੱਕ ਨਜ਼ਰੀਆਤ 'ਤੇ ਤੁਸੀਂ ਗੱਲ ਕਰੋ, ਜ਼ਾਤੀਆਤ 'ਤੇ ਨਾ ਉਤਰੋ। ਮੈਂ ਪੌਰਾ ਸਾਹਿਬ ਮੈਨੂੰ ਇਹਦੇ ਕਈ ਸਾਲ ਕੀ 10-12 ਸਾਲ ਲੱਗੇ, ਮੈਂ ਮੁਸਲਸਲ ਉਹ ਰਵੱਈਆ ਰੱਖਿਆ ਕਿ ਨਹੀਂ ਯਾਰ ਸਬਰ ਨਾਲ, ਤਹਮਲ ਨਾਲ, ਬਰਦਾਸ਼ਤ ਦਾ ਮਾਦਾ ਹੋਣਾ ਚਾਹੀਦਾ। ਕੋਈ ਸਖਤ ਗੱਲ ਕਰ ਵੀ ਲਵੇ ਤੇ ਯਾਰ ਮੇਰੇ ਵੱਲੋਂ ਇਹਨਾਂ ਨੂੰ ਨਾ ਹੋਵੇ। ਲੇਕਿਨ ਜਦੋਂ ਇੱਕ ਲੰਬਾ ਅਰਸਾ ਐਕਸਰਸਾਈਜ਼ ਕਰਨ ਦੇ ਬਾਵਜੂਦ ਔਰ ਉਹਨਾਂ ਕੋਲ ਇਤਰਾਫ ਦੇ ਬਾਵਜੂਦ ਕਿ ਨਹੀਂ ਵੀ ਤਾਹਿਰ ਜਿਹੜਾ ਨਾ ਇਹਦੇ ਕੋਲੋਂ ਕਿਸੇ ਦੇ ਅਕਾਬਰ ਦੇ ਖਿਲਾਫ ਗੱਲ ਨਹੀਂ ਹੁੰਦੀ, ਲੇਕਿਨ ਜਦੋਂ ਦੇਖਿਆ ਕਿ ਉਹ ਤੁਹਾਡੀ ਖੁਸ਼ਗੁਫਤਾਰੀ ਨੂੰ ਤੁਹਾਡੀ ਕਮਜ਼ੋਰੀ ਸਮਝ ਕੇ ਉਹਦੀ ਤਜ਼ਲੀਲ ਕਰਨ ਲੱਗਣ, ਤੇ ਫਿਰ ਉਹ ਕਹਿੰਦੇ ਨੇ ਕਿ ਬਾਤ जब हद से बढ़ी बेबाक भी होना पड़ा, वज़ादारों को गिरेबां चाक भी होना पड़ा और दुनियादारी के लिए चालाक भी होना पड़ा। और मियाँ पौरा साहब मैं तुम्हें यकीन दिलाना वा, अगर ए रवैया जरा डिस्क्रिमिनेशन और परसिक्यूशन है मेरे कबीले के खिलाफ, जमात अहमदिया के खिलाफ, अगर ऐसी तरह की परसिक्यूशन और इस तरह डिस्क्रिमिनेशन किसी भी मकतबा फ़िक्र के खिलाफ, ये अगर अहले हदीस के खिलाफ होवे, ए अहले तशय्युअ के खिलाफ होवे, ए बरेलवियों के खिलाफ होवे या किसी भी मकतबा फ़िक्र किसी भी मज़हब के खिलाफ होए, तो मैं इंशाअल्लाह ताला उन्हां दे नाल मजलूमां दे नाल खड़ा होवांगा। अज के दौर दे विच पाकिस्तानी बैकग्राउंड दे विच अगर मैं अपने कबीले दे नाल खड़ा नहीं हुंदा तो ये मेरी कमज़ोरी, इखलाकी गिरावट का निशानी। मैं उन्होंने नाल खड़ा होना तो मैं इखलाकी जुर्रत का भी मुजाहरा करदा कि यार अगर तुहानू ये ख्वाहिश होंदी कि असी हुसैनीयत के नाल खड़े होना है और यजीदियत के खिलाफ जो डटना है, ये जरा मतलब कौन गलत है कौन सही है, ये तुसी एक पासे छड्ड दिओ साइड ते। यार तुसी उन्होंने अजाना देने ते पाबंदी ला रहे हो, सलाम करन ते पाबंदी ला रहे हो, उन्हों की तबलीग करन ते पाबंदी ला रहे हो, उन्होंने खिलाफ झूठा मन घड़त, मियाँ पौरा साहब बिल्कुल मन घड़त प्रोपेगेंडा करके उन्होंने उत्ते जुल्म की इंतहा कर रहे हो। और मियाँ पौरा साहब एक गल मैं बड़ी जिम्मेदारी नाल कहना कि ऑन बेसिस ऑफ रिलीजन अगर दुनिया दे विच, पूरी दुनिया दे विच किसी जमात की परसिक्यूशन हो रही है, जिन्हों कानूनी हैसियत भी दे दी गई, समाजी हैसियत भी दे दी गई, वो पाकिस्तान दे विच अहमदी ने, तो फिर मैं की करा? मैं अहमदियां दे दिफा लई मैं इस तरह मन लगता है कि मैं हुसैनीयत का दिफा कर रहा, मैं हक दे नाल। यही सूरत हाल किसी दे कोल होवे। अच्छा सॉरी मेरी गल लंबी हो रही, मैं एक गल करके तो फिर चुप करता। मेरे बारे च ना पीर असकानी साहब, अमर नज़ीर साहब ये चंद होर प्रोपेगेंडा करनगे
ਕਿ ਮੈਂ ਜਿਹੜੇ ਅਲਫਾਜ਼ ਇਸਤੇਮਾਲ ਕਰਦਾ ਬੜੇ ਸਖਤ ਹੁੰਦੇ ਨੇ। ਮੈਨੂੰ ਬੜਾ ਲੁਤਫ ਆਉਂਦਾ ਇਸ ਚੀਜ਼ 'ਚ ਕਿ ਕੱਲ ਤੱਕ ਜਿਹੜੇ ਮੇਰੀ ਖੁਸ਼ ਗੁਫਤਾਰੀ ਦੀ ਔਰ ਮੁਹਤਾਤ ਜ਼ੁਬਾਨ ਦੀ ਦਾਦ ਦਿੰਦੇ ਨਹੀਂ ਸੀ ਥੱਕਦੇ, ਅੱਜ ਮੈਂ ਉਹ ਇੰਤਜ਼ਾਰ ਕਰ ਰਿਹਾ। ਲੇਕਿਨ ਇਹਦੇ ਬਾਵਜੂਦ ਉਹਨਾਂ ਕੋਲ ਪੁੱਛਣਾ ਜ਼ਰਾ ਬੜੇ ਇੰਤਹਾਈ ਤਹਮੁਲ ਦੇ ਨਾਲ ਕਿ ਯਾਰ ਤੁਸੀਂ ਇਲਜ਼ਾਮ ਲਾਉਂਦੇ ਹੋ ਕਿ ਤਾਹਿਰ ਬੜਾ ਗਾਲੀਬਾਜ਼ ਹੈ, ਬਦ ਜ਼ੁਬਾਨ ਹੈ, ਸਖਤ ਜੁਮਲੇ ਇਖਤਿਆਰ ਕਰਦਾ ਹੈ, ਤੇ ਯਾਰ ਮੈਨੂੰ ਦੱਸੋ, ਮੈਂ ਇਹ ਕਾਗਜ਼ ਤੇ ਪੈਨਸਲ ਮੈਂ ਲੈ ਲੈਣਾ, ਮੈਨੂੰ ਤੁਸੀਂ ਨਾਮ ਲਿਖਵਾਓ, ਰਾਈਟ, ਤੇ ਉਹਦੀ ਤੋਹੀਨ ਕੀਤੀ ਹੋਵੇ ਕਿਸੇ ਔਰ ਸ਼ਦੀਦ ਮਿਰਜ਼ਾ ਸਾਹਿਬ ਦੇ ਸ਼ਦੀਦ ਤਰੀਨ ਮੁਖਾਲਫੀਨ ਦੀ ਵਿੱਚ ਨਾਮ ਲਿਖਾਓ, ਤੇ ਥੋੜ੍ਹਾ ਜਿਹਾ ਮੈਨੂੰ ਤੁਸੀਂ ਇਹ ਦੱਸੋ ਕਿ ਕਿੱਥੇ ਕਿੱਥੇ ਤੋਹੀਨ ਕੀਤੀ, ਮੈਂ ਲਿਖ ਲਵਾਂ। ਤੇ ਮੈਂ ਤਾਹਿਰ ਨੂੰ ਜਿਹੜਾ ਨਾ ਫੜਨਾ, ਉਹਦੀ ਗਰਦਨ ਨੂੰ ਦਬਾਉਣਾ, ਤੇ ਮੈਂ ਉਹਦੇ ਕੋਲ ਜਵਾਬ ਲੈਣਾ। ਮੀਆਂ ਪੋਰਸ ਸਾਹਿਬ, ਮੈਂ ਪੂਰੇ ਦਾਅਵੇ ਨਾਲ ਕਹਿਣਾ ਕਿ ਅਲਹਮਦੁਲਿਲਾ ਇਹਨਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਇਹ ਕੋਈ ਇੱਕ ਸਟੇਟਮੈਂਟ ਵੀ ਨਹੀਂ ਲਿਆ ਸਕਦੇ ਕਿ ਮੈਂ ਮਿਰਜ਼ਾ ਸਾਹਿਬ ਦੇ ਮੁਖਾਲਫੀਨ ਦੀ ਵੀ ਕਦੀ ਤੋਹੀਨ ਕੀਤੀ ਹੋਵੇ। ਮੈਂ ਅਹਿਮਦ ਰਜ਼ਾ ਬਰੇਲਵੀ ਰਹਿਮਤੁल्लाह ਅਲੈਹ ਕਿਹਾ, ਸਨਾਉल्लाह ਅੰਮ੍ਰਿਤਸਰੀ ਰਹਿਮਤੁल्लाह ਅਲੈਹ ਇੰਨੀ ਜ਼ਿਆਦਾ ਇਹਤਿਆਤ ਕੀਤੀ ਹੈ, ਔਰ ਇਹਨਾਂ ਨੇ ਮੇਰੇ ਖਿਲਾਫ, ਯਕੀਨ ਕਰੋ ਮੇਰੀ ਕੋਈ ਹੈਸੀਅਤ ਨਹੀਂ, ਇੱਕ ਆਮ ਅਹਿਮਦੀ ਦੀ ਹੈਸੀਅਤ ਹੈ, ਲੇਕਿਨ ਇਹਨਾਂ ਨੇ ਕਈ ਪ੍ਰੋਗਰਾਮ ਕੀਤੇ ਮੇਰੇ ਖਿਲਾਫ, ਕੰਪੇਨ ਚਲਾਈ ਕਿ ਇਹ ਜਿਹੜਾ ਨਾ ਅੰਬਿਆ ਦੀ ਗੁਸਤਾਖੀ ਕਰਦਾ ਹੈ, ਇਹ ਤੇ ਸ਼ਾਤਮ ਹੈ ਜਨਾਬ, ਇਹ ਤੇ ਬਦ ਜ਼ੁਬਾਨ ਹੈ, ਬਦ ਕਲਾਮ ਹੈ। ਔਰ ਇਹਨਾਂ ਕੋਲ ਪੁੱਛਿਆ ਜਾਏ, ਅਗਰ ਮੈਨੂੰ ਦੱਸੋ ਤਾਂ ਸਹੀ ਯਾਰ ਕਿਸ ਬਜ਼ੁਰਗ ਦੇ ਖਿਲਾਫ ਉਹਨੇ ਤੋਹੀਨ ਆਮੇਜ਼ ਕੀਤੀ। ਤੇ ਮੈਨੂੰ ਖੁਸ਼ੀ ਹੈ ਕਿ ਇਹ ਨਹੀਂ ਕਿ WhatsApp ਦੇ ਕਿਸੇ ਗਰੁੱਪ ਦੇ ਵਿੱਚ, TikTok ਦੇ ਕਿਸੇ ਗਰੁੱਪ ਦੇ ਵਿੱਚ ਕਦੀ ਵੀ ਅੰਬਿਆ ਅਲੈਹਿਮੁਸਸਲਾਮ ਦੀ ਤੇ ਬੜੀ ਦੂਰ ਦੀ ਗੱਲ ਹੈ, ਆਪਣੇ ਸ਼ਦੀਦ ਤਰੀਨ ਮੁਖਾਲਫਾਂ ਦੀ ਵੀ ਕਦੀ ਤੋਹੀਨ ਕੀਤੀ ਹੋਵੇ। ਇਹਨੂੰ ਮੈਂ ਸਮਝਣਾ ਕਿ ਇਹ ਆਰਟ ਹੈ, ਇਹ ਹੁਨਰ ਹੈ, ਕਿ ਕਾਸ਼ ਕੇ ਦੂਜੇ ਵੀ ਸਿੱਖ ਲੈਣ, ਲੇਕਿਨ ਮੈਂ ਤੁਨ ਕੇ ਵੀ ਰੱਖਣਾ, ਉਹ ਕੋਈ ਨਰਮੀ ਨਹੀਂ ਰੱਖਣਾ। ਔਰ ਮੈਂ ਐਲਾਨ ਕਰਨਾ ਕਿ ਰਿਆਇਤੀ ਗੁਫ਼ਤਗੂ ख़त्म शुद, ਲੇਕਿਨ ਅਗਰ ਜਦੋਂ ਤੁਸੀਂ ਜਾਇਜ਼ਾ ਲਓ ਤੇ ਤੁਸੀਂ ਗ੍ਰਿਫਤ ਵਿੱਚ ਵੀ ਨਾ ਆਓ। ਇਹ ਹੋ ਸਕੇ ਤੇ ਇਹ ਆਰਟ ਜਿਹੜੇ ਦੂਜਿਆਂ ਨੂੰ ਵੀ ਸਿੱਖ ਲੈਣਾ ਚਾਹੀਦਾ। ਜਜ਼ਾਕੱਲਾ जी। राशिद भाई अस्सलाम वालेकुम रहमतुल्लाह। मैं भट्टी भाई तुहानू देना मौका। नो प्रॉब्लम। अस्सलाम वालेकुम रहमतुल्लाह। क्या हाल है? क्या हाल चाल राशिद भाई? ठीक ठाक हैं? अल्हम्दुलिल्लाह अल्हम्दुलिल्लाह। कैसे हैं भाई? अल्हम्दुलिल्लाह। तार भाई अपना इस अपने आर्ट च कोई तोला मासा साडे ले भी सट देवे ते ना करो पैड़े। ਕੀ ਜੀ ਮੈਂ ਸਮਝਿਆ ਨਹੀਂ। मैं क्या अपने इस आर्ट को मासा तोला साडे ले भी आवन दिओ, असां भी तुहाडी तकलीद विच आ मुकल्लद आ। ਨਾ ਨਹੀਂ ਮੈਂ ਜੀ ਮੇਰਾ ਮਿਜ਼ਾਜ ਜਿਹੜਾ ਨਾ ਬਿਲਕੁਲ ਮੁਖਤਲਿਫ ਹੈ। ਮੇਰੇ ਜਿਹੜੇ ਦੋਸਤ ਨੇ, ਜਿਹੜੇ ਪੁਰਾਣੇ ਜਾਣਨ ਵਾਲੇ ਨੇ, ਉਹ ਬਖੂਬੀ ਜਾਣਦੇ ਨੇ ਕਿ ਮੈਂ ਇੱਕ ਚੀਜ਼ ਦਾ ਹਮੇਸ਼ਾ ਜਿਹੜਾ ਨਾ ਉਹਨਾਂ ਨੂੰ ਦਰਖਾਸਤ ਕਰਦਾ ਕਿ ਕਦੀ ਵੀ ਮੇਰੀ ਗੱਲ ਇਸ ਤੋਂ ਨਾ ਸੁਣੋ, ਕਬੂਲ ਕਰੋ ਕਿ ਮੈਂ ਤੁਹਾਡੇ ਤੋਂ ਉਮਰ 'ਚ ਵੱਡਾ ਜਾਂ ਤਜਰਬੇ 'ਚ ਵੱਡਾ, ਤੇ ਮੈਂ ਕਿਹਾ ਮੈਂ ਇਸ ਕਰਨਾ। ਮੇਰੇ ਸਾਰੇ ਦੋਸਤ ਜਿਹੜੇ, ਬਹੁਤ ਸਾਰੇ ਦੋਸਤ ਨੇ ਜਿਹੜੇ ਜਾਣਦੇ ਨੇ, ਮੈਂ ਉਹਨਾਂ ਨੂੰ ਕਹਿਣਾ ਕਿ ਡਾਊਟ ਐਵਰੀਥਿੰਗ ਆਈ ਸੇ, ਮੇਰੀ ਹਰ ਗੱਲ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੋ, ਔਰ ਇਹ ਸ਼ੱਕ ਨੂੰ ਦੂਰ ਕਰਨ ਲਈ ਟਰਸਟ ਅਗਰ ਕਰਦੇ ਵੀ ਹੋ ਬਟ ਵੈਰੀਫਾਈ। ਦੇਖੋ ਇੱਕ ਮਿਜ਼ਾਜ ਬਣ ਜਾਂਦਾ ਤੁਹਾਡਾ, ਉਹਦੇ ਨਾਲ ਕੀ ਹੁੰਦਾ ਹੈ ਕਿ ਮੈਨੂੰ ਇਹ ਪਤਾ ਹੋਏਗਾ ਕਿ ਮੈਂ ਇੱਥੇ ਕੋਈ ਗੱਲ ਐਵੇਂ ਸ਼ੁਰਲੀ ਛੱਡੀ ਤੇ ਜਿਹੜੇ ਬਾਕੀ ਜਿਹੜੇ ਬੈਠੇ ਨੇ ਉਹਨਾਂ ਨੇ ਚੈੱਕ ਕਰਨਾ, ਵੈਰੀਫਾਈ ਕਰਨਾ। ਉਹ ਸੋਹਣਾ ਗੱਲ ਨੂੰ ਸ਼ਾਰਟ ਕਰੀਏ ਆ, ਕੋਈ ਨੇੜੇ ਮੁਕਾ ਵੀ ਆ, ਤੁਸੀਂ ਤਾਂ ਬੋੜ ਸ਼ੁਰੂ ਹੋ ਗਏ ਮਤਲਬ ਕਿੱਲਾ ਵਾਹਣ ਨੂੰ ਨਾ ਚੁੱਪ ਕਰ ਲੈਣੇ। ਸਾਡਾ ਤੇ ਪੰਪ ਮਾਰਨਾ ਗੂਗੀ ਥੈਲੇ 'ਚ, ਅਸੀਂ ਇਰਾਦਾ ਕਰਨਾ ਤੇ ਚੁੱਪ ਕਰ ਜਾਣਾ, ਸਾਡੂ ਕਿਹੜੀ ਦੀ ਨਹੀਂ। ਉਹ ਗੱਲ ਇਹ ਸੁਣੋ, ਮੈਂ ਤਾਂ ਉਹ ਮੰਨ ਲਿਆ ਵੀ ਤੁਹਾਡੀਆਂ ਬੜੀਆਂ ਪੁਰਾਣੇ ਯਾਰਾਨੇ ਹੋ ਸਨ, ਸਾਡੇ ਭਾਵੇਂ ਜੁਮਾ 6 ਦਿਨ ਦੀ ਰਹੀ, ਆ ਪਿਛਲਾ ਕੁਛ ਮਾਈਏ ਕਿ ਲੱਗੀ। ਹਾਂ ਨਹੀਂ, ਬੜਾ ਮਜ਼ਾ ਆਉਂਦਾ ਇੱਥੇ ਵੀ। ਉਹ ਦੇਖੋ ਮੀਆਂ ਜੀ, ਹਰ ਇੱਕ ਦੀ ਬੈਠਕ ਦੇ ਆਪਣਾ ਮਾਹੌਲ ਹੁੰਦਾ ਹੈ। ਮੈਂ ਕਿਹਾ ਮੈਨੂੰ ਕੋਈ ਮੌਕਾ ਵੀ ਦੱਸੋ ਹੁਸੈਨੀ ਸਾਹਿਬ, ਮੇਰੀ ਗੱਲ ਲੰਮੀ ਹੋ ਜਾਂਦੀ ਹੈ, ਬਾਅਦ ਵਿੱਚੋਂ ਆਪ ਆਉਂਦੇ ਹੋ। ਚੋਪਾਂ ਜਨਾਬ। ਜੀ ਜੀ, ਮੈਂ ਅਰਜ਼ ਇਹ ਕਰਨੀ ਹੈ ਵੀ ਚਲੋ ਸਾਡੀ ਨਵੀਂ ਸਹੀ, ਪਰ ਲੱਗਦੀ ਹੈ ਨਵੀਂ, ਲੱਗਦਾ ਤੇ ਇੰਜ ਨਹੀਂ ਜਿਵੇਂ ਉਹ ਬਰਕਾਤ ਕੀ ਗਲੀਆਂ में। ਹਾਂ ਨਹੀਂ, ਉਹ ਇੰਜ ਹੀ ਹੁੰਦਾ। ਤੇ ਮੁੜ ਗੱਲ ਪੋਰਸ ਸਾਹਿਬ ਨੂੰ ਆ ਗਿਆ। ਹਾਂ ਇਹ ਵੀ ਤਾਂ ਬੋਲਦੇ ਨਹੀਂ ਹੁਣ ਤੁਸੀਂ ਮੀਆਂ ਪੋਰਸ ਸਾਹਿਬ, ਐ ਤੇ ਨਹੀਂ ਸਾਨੂੰ ਸ਼ੁਰੂ ਕਰਾ ਕੇ ਤੇ ਆਪ ਸੌ ਜਾਂਦੇ ਹੁਣ। ਨਹੀਂ ਤਾਹਿਰ ਸਾਹਿਬ, ਮੈਂ ਅਸਲ 'ਚ ਨਾ ਉਹ ਦੋਵਾਂ ਦੇ ਮੇਰੇ
ਲਈ ਦੋਵੇਂ ਬਜ਼ੁਰਗਾਂ ਨੇ ਦੀਨ ਖੈਰ ਮੇਰੇ ਭਰਾ ਹੀ ਹੋ, ਲੇਕਿਨ ਫਿਰ ਬੰਦਾ ਨਾ ਅੱਛਾ ਨਹੀਂ ਨਾ ਲੱਗਦਾ। ਬਾਕੀ ਤੈਰ ਸਾਹਿਬ ਤੁਹਾਡੀ ਤਸਦੀਕ ਦੀ ਮੈਨੂੰ ਕਿਸੇ ਹੋਰ ਕੋਲ ਪੁੱਛਣ ਦੀ ਕੋਈ ਲੋੜ ਨਹੀਂ ਹੁੰਦੀ। ਜ਼ਾਹਰੀ ਗੱਲ ਹੈ ਕਿ ਮੈਂ ਵੀ ਤੁਹਾਡੇ ਨਾਲ ਗੁਫ਼ਤਗੂ ਕਰਦਿਆਂ ਅੱਛਾ ਮੈਂ ਤੁਹਾਨੂੰ ਦੋਵਾਂ ਨੂੰ ਮੀਆਂ ਸਾਹਿਬ ਤੇ ਤੈਰ ਸਾਹਿਬ ਨੂੰ ਦੋਵਾਂ ਨੂੰ ਸਮਝਾਉਣਾ। ਤੈਰ ਸਾਹਿਬ ਨੂੰ ਤਾਂ 100% ਮੇਰੀ ਗਰੰਟੀ ਹੈ ਮੇਰੀ ਗੱਲ ਦੀ ਸਮਝ ਆ ਜਾਣੀ ਹੈ। ਮੀਆਂ ਸਾਹਿਬ ਵਾਸਤੇ ਸ਼ਾਇਦ ਥੋੜ੍ਹਾ ਜਿਹਾ ਨਾ ਹੋਵੇ ਕਿਉਂਕਿ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਯਕੀਨ ਬੜੀ ਮੀਆਂ ਸਾਹਿਬ ਵੀ ਗੱਲ ਬੜੀ ਸਮਝਣਗੇ। ਮੇਰਾ ਨਾ ਇੱਕ ਮੇਰੇ ਨਾਲ ਦੋਸਤ ਹੈ ਅਮੂਮਨ ਉਹ ਵੀ ਸੁਣਦਾ ਰਹਿੰਦਾ ਮੇਰੇ ਨਾਲ ਕਮਰੇ 'ਚ ਰਹਿੰਦਾ। ਮੈਂ ਮੀਆਂ ਸਾਹਿਬ ਦੀ ਬਰਾੜ ਤੇ ਬੈਠਾ ਰਹਿੰਦਾ। ਮੀਆਂ ਸਾਹਿਬ ਵਾਲੀ ਬਰਾੜ ਤੋਂ ਬੜਾ ਪੁਰਾਣਾ ਜਾਣਦਾ ਤੇ ਅਮਨ ਨਜ਼ੀਰ ਸਾਹਿਬ ਵਾਲੀ ਬਰਾੜ ਜਿਹੜਾ ਨਾ ਕੁਝ ਅਰਸਾ ਪਹਿਲੇ ਨਾ ਮੈਂ ਜਦੋਂ ਦਿਨ ਟਾਈਮ ਜਾਵਾਂ ਉਹ ਸੁਣ ਲੈਂਦਾ। ਉਹ ਮੈਨੂੰ ਨਾ ਮੈਂ ਡਿਊਟੀ ਆਇਆ ਨਾ ਪਰਸੋਂ, ਉਹ ਮੈਨੂੰ ਕਹਿੰਦਾ ਯਾਰ ਹੁਣ ਤੂੰ ਦੋ ਬਰਾੜਾਂ ਤੇ ਜਾਂਦਾ ਹੈ, ਇੱਕ ਜਿਹੜੀ ਉਹ ਅਹਿਮਦੀਅਤ ਦੇ ਖਿਲਾਫ ਹੈ ਤੇ ਇੱਕ ਜਿਹੜੀ ਹੈ ਉਹ ਮਤਲਬ ਕਿ ਅਹਿਮਦੀ ਵਾਲੀ ਹੈ। ਆਂਦਾ ਇਹਨਾਂ ਉਹ ਨਾ ਹਿਸਟਰੀ ਦਾ ਸਟੂਡੈਂਟ ਹੈ। ਤੈਰ ਸਾਹਿਬ ਮੈਂ ਜਵਾਬ ਹਿਸਟਰੀ ਦੀ ਨਜ਼ਰ ਦੇਣਾ, ਤੁਸੀਂ ਸਮਝਿਆ ਜੇ। ਤੇ ਮੈਨੂੰ ਕਹਿੰਦਾ ਯਾਰ ਤੂੰ ਨਾ ਦੋਵਾਂ ਬਰਾਡਾਂ ਦਾ ਮੈਨੂੰ ਸਮਝਾ ਤੂੰ ਕੀ ਨਿਚੋੜ ਕੱਢਿਆ। ਮੈਂ ਕਿਹਾ ਜਿੱਥੇ ਤੱਕ ਮੈਂ ਨਿਚੋੜ ਕੱਢਿਆ ਨਾ ਜਿਹੜੀ ਅਹਿਮਦੀਅਤ ਵਾਲੀ ਬਰਾੜ ਹੈ ਨਾ ਮੀਆਂ ਸਾਹਿਬ ਵਾਲੀ ਇਹ ਕਾਂਗਰਸ ਲੀਗ, ਕਿਉਂਕਿ ਇਸ ਦੇ ਵਿੱਚ ਕੋਈ ਇੱਕ ਬੰਦਾ ਨਹੀਂ ਹਰ ਬੰਦਾ ਹੀ ਬੜਾ ਪੜ੍ਹਿਆ ਲਿਖਿਆ। ਇਹਦੇ 'ਚ ਤਾਹਿਰ ਸਾਹਿਬ ਐਨ ਬਾਕੀ ਮੀਰ ਸਾਹਿਬ ਐਨ ਉਸ ਤੋਂ ਬਾਅਦ ਮਤਲਬ ਕਿ ਹਰ ਬੰਦਾ ਸ਼ੌਰ ਵਾਲਾ ਆਉਂਦਾ ਜਿੱਥੋਂ ਮੈਨੂੰ ਨਾ ਕੁਝ ਸਿੱਖਣ ਨੂੰ ਲੱਭਦਾ। ਤੇ ਮੈਂ ਆਂਦਾ ਤੇ ਦੂਜੀ ਫਿਰ ਮੈਂ ਕਿ ਜਿਹੜੀ ਹੈ ਨਾ ਅਮਨ ਨਜ਼ੀਰ ਵਾਲੀ ਬਰਾੜ ਉਹ ਹੈ ਮੁਸਲਿਮ ਲੀਗ ਕਿ ਉਹਦੇ ਬਾਕੀ ਸਾਰੇ ਹਨ ਨਵਾਬ ਤੇ ਜਗੀਰਦਾਰ ਲਿਆਕਤ ਅਲੀ ਖਾਨ ਨਵਾਬ ਲਿਆਕਤ ਨਵਾਬ ਮੁਸਲਮ ਮਲਕ ਰੋਕਣ ਉਹਦੇ ਸਿਰਫ ਇੱਕ ਹੀ ਕਿਆਦਤ ਰੋਕਣ ਜਿਹੜਾ ਨਾ ਛਛੋਰਾ ਪਾਣ ਵਾਲਾ ਬੰਦਾ ਬਸ ਉਹਨਾਂ ਕੋਲ ਮਤਲਬ ਕਿ ਉਹਨਾਂ ਵੀ ਬਸ ਆਪਣਾ ਅਲੱਗਾ ਜਿਵੇਂ ਮੁਲਕ ਲੈ ਕੇ ਨਾ ਆਪਣਾ ਡੰਡੋਰਾ ਪੀਟਿਆ ਤੇ ਮੈਂ ਕਿਹਾ ਉਹ ਵੀ ਉਹ ਕਰਦੇ ਪੈਣ। ਉਹਨ ਤਾਂ ਬੜੀ ਸਮਝ ਆ ਗਈ ਇਹ ਗੱਲ ਦੀ, ਪਤਾ ਨਹੀਂ ਤੂਫਾਨ ਆਈ ਹੈ ਕਿ ਨਹੀਂ। ਨਹੀਂ ਸਮਝ ਆ ਗਈ ਹੈ ਪੋਰਲ ਭਾਈ। ਗੱਲ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਮਤਲਬ ਦਿਹਾਤੀ ਕਲਚਰ ਹੈ ਨਾ, ਹੁਣ ਗੱਲ ਤੁਸੀਂ ਵੀ ਸਮਝਿਆ ਹੈ ਤੇ ਉੱਥੇ ਇੱਕ ਅਖਾਣ ਹੈ ਕਿ ਲੋਝ ਲੜੋ ਕਲੋਝ ਨਾ ਲੜੋ। ਅਸੀਂ ਆਨੇ ਆ ਵੀ ਕਲੋਝ ਲੜ ਲਵੀਏ ਤੇ ਲੋਝ ਲੜ ਲਵੀਏ ਤੇ ਕਲੋਝ ਬਸ ਅੱਗੋਂ ਤੁਸੀਂ ਸਮਝ ਗਏ ਹੋ ਕਿ ਨਹੀਂ ਸਮਝਿਆ? ਨਾ ਐਕਸਪਲੇਨ ਕਰੋ ਭਾਈ। ਕੋਈ ਐਡੀ ਮੈਨੂੰ ਪੰਜਾਬੀ ਆਉਂਦੀ ਹੈ ਮੀਆਂ ਜੀ, ਐਡੀ ਡਾਢੀ ਵੀ ਕੋਈ ਨਹੀਂ ਆਉਂਦੀ ਜਿੰਨੀ ਤੁਸੀਂ ਔਖੇ ਲਫ਼ਜ਼ ਬੋਲਦੇ ਹੋ। ਗੱਲ ਹੈ ਕਿ ਦੁਸ਼ਮਣੀ ਵੀ ਕਰੋ ਤੇ ਸੁਰ ਚੱਜ ਦੀ ਕਰੋ, ਕੋਈ ਚੱਜੀ ਦੁਸ਼ਮਣੀ ਨਾ ਕਰੋ ਵੀ ਐਵੇਂ ਮਤਲਬ ਕਿ ਗੰਦ ਸੁੱਟਣ ਦੇ ਮਾਮਲੇ 'ਚ ਪਏ ਰਹੋ। ਗੱਲ ਕਰੋ ਗੱਲ ਹੁਣ ਸਮਝ ਆਈ ਹੈ। ਇਹ ਗੱਲ ਕਮਾਲ ਦੀ ਹੈ। ਤੇ ਸਾਡਾ ਮਸਲਾ ਹੈ ਕਿ ਅਸੀਂ ਵੇਖੋ ਇੱਥੇ ਖੁੱਲ੍ਹ ਖੁਲਾ ਕੇ ਕਹਿੰਦੇ ਵੀ ਆ ਜਾਓ ਵੀ ਆਪਣੇ ਜਿਸ ਤਰ੍ਹਾਂ ਇੱਕ ਗੁਫ਼ਤਗੂ ਦੇ ਅਦਾਬ ਹੁੰਦੇ ਨੇ ਉਸ ਤਰ੍ਹਾਂ ਤੁਸੀਂ ਆਪਣਾ ਜਿੱਡੇ ਤੋਂ ਜਿੱਡਾ ਵੱਡਾ ਮਰਜ਼ੀ ਮਸਲਾ ਨਾ ਕੁਰਾਨ ਹਦੀਸ ਨੂੰ ਸਾਡੇ ਨਾਲ ਕਰ ਲਓ ਹੱਲ। ਲੇਕਿਨ ਉਹੀ ਤਾਰੇ ਭਾਈ ਵਾਲੀ ਗੱਲ ਕਿ ਅਸੀਂ ਇੱਕੋ ਹੀ ਚੀਜ਼ ਰੱਖਦੇ ਹਾਂ ਕਿ ਕਿਸੇ ਦੇ ਉਹ ਜਿਹੜੀ ਤੁਸੀਂ ਉਹ ਹਦੀਸ ਕਹਿੰਦੇ ਪਏ ਸੀ ਨਾ, ਬੇਸਿਕਲੀ ਮੇਰੇ ਖਿਆਲ 'ਚ ਉਹ ਹਦੀਸ ਨਹੀਂ ਹੈਗੀ, ਉਹ ਕੁਰਾਨ ਪਾਕ ਦੀ ਆਇਤ ਹੈਗੀ ਹੈ ਕਿ ਕਿਸੇ ਕੇ ਝੂਠੇ खुदा को बुरा ना कहो कहीं तुम्हारे सच्चे खुदा को ना गलत कह दे। ਤੇ ਗੱਲ ਉਹੀ ਹੈ ਕਿ ਇਹੀ ਸਾਡਾ ਮੁਤੰਮਾ ਨਜ਼ਰ ਹੁੰਦਾ ਹੈ ਕਿ ਲੋਕ ਆਉਣ ਇੱਥੇ ਆਰਾਮ ਨਾਲ ਗੁਫ਼ਤਗੂ ਕਰਨ, ਕਿਉਂਕਿ ਵਿਚਾਰੇ ਇਨੋਸੈਂਟ ਲੋਕ ਨੇ। ਇਹਨਾਂ ਵਿਚਾਰਿਆਂ ਨੂੰ ਤੇ ਸਾਡੀ ਜਮਾਤ ਦੇ ਨਾਮ ਦਾ ਵੀ ਨਹੀਂ ਪਤਾ, ਸਿਵਾਏ ਇਹਦੇ ਕਿ ਮਰਜ਼ਈ ਕਾਦੀਆਨੀ ਜੀ ਮਿਰਜ਼ਾ ਸਾਹਿਬ ਨਬੂਵਤ ਕੇ ਬਾਅਦ ਦਾਵਾ ਕਰਨੇ ਵਾਲਾ ਕਾਫਰ ਹੈ, ਆਖਰੀ ਨਬੀ ਹੈ। ਨਾ ਉਹਨਾਂ ਨੂੰ ਨਮਾਜ਼ ਦਾ ਪਤਾ ਨਾ ਰੋਜ਼ੇ ਦਾ ਪਤਾ। ਇਹਨਾਂ 'ਚੋਂ 80% ਨੂੰ ਪੁੱਛ ਲੈਣਾ ਕਿ ਇਸਲਾਮ ਦੇ ਅਰਕਾਨ ਕਿੰਨੇ ਨੇ ਮੇਨ, ਤੇ ਮੇਰਾ ਖਿਆਲ 80 ਬੰਦਿਆਂ ਨੂੰ ਕੋਈ ਨਹੀਂ ਪਤਾ ਹੋਣਾ, 20% ਨੂੰ ਨਹੀਂ ਪਤਾ ਹੋ। ਔਰ ਇਹਦਾ ਮੁਜ਼ਾਹਰਾ ਤੁਸੀਂ ਸੋਸ਼ਲ ਮੀਡੀਆ 'ਤੇ ਤੁਸੀਂ ਵੇਖਦੇ ਪਏ ਅੱਜ ਕੱਲ੍ਹ ਪਾਕਿਸਤਾਨ ਵਿੱਚ ਬੜੇ ਸਟਰੀਟ ਸਾਫੀ ਨਿਕਲੇ ਹੋਏ ਨੇ, ਮਾਈਕ ਫੜੇ ਹੁੰਦੇ ਨੇ ਤੇ ਉਹ ਲੋਕਾਂ ਕੋਲ ਇਸ ਤਰ੍ਹਾਂ ਦੇ ਸਵਾਲਾਤ ਕਰ ਰਹੇ ਹੁੰਦੇ ਨੇ। ਤੇ ਇਸੇ ਤਰ੍ਹਾਂ ਸਨ 80 ਤੋਂ ਬਾਅਦ ਜਿਹੜੇ ਲੋਕ ਹੈਗੇ ਨਾ ਆਪਣਾ ਪਾਕਿਸਤਾਨ ਦੇ, ਉਹਨਾਂ ਗਰੀਬਾਂ ਵਿਚਾਰੇ ਮਾਸੂਮ ਨੇ, ਉਹ ਭੇਡਾਂ ਨੇ, ਮਤਲਬ ਕਿ ਉਹ ਹਜ਼ਰਤ ਈਸਾ ਦੀਆਂ ਹਜ਼ਰਤ ਮੂਸਾ ਦੀਆਂ ਹਜ਼ਰਤ ਈਸਾ ਦੀਆਂ ਗੁਆਚੀਆਂ ਹੋਈਆਂ ਭੇਡਾਂ ਨੇ। ਉਹਨਾਂ ਨੂੰ ਕੋਈ ਪਤਾ ਸੁਰ ਨਹੀਂ, ਉਹਨਾਂ ਸਿਰਫ ਇਤਨਾ ਹੀ ਪਤਾ ਉਹਨਾਂ ਦੇ ਈਮਾਨ ਹੀ ਇੱਕ ਬਣਾ ਛੱਡਿਆ ਨਾ ਕਿ ਇਸਲਾਮ ਹੈ ਹੀ ਇਹ ਕਿ ਰਸੂਲ ਪਾਕ ਨੂੰ ਖਾਤਮ ਨਬੀਨ ਸਮਝੋ ਤੇ ਆਖਰੀ ਨਬੀ ਨੇ, ਉਹਨਾਂ ਤੋਂ ਬਾਅਦ ਕੋਈ ਨਹੀਂ। ਔਰ ਇਸ ਦੇ ਬਾਵਜੂਦ ਫਿਰ ਹਜ਼ਰਤ ਈਸਾ ਦੀ ਵੀ ਮਤਲਬ ਬੈਤ ਬਾ ਮੁਸ਼ਰਫ ਹੋਣ ਵਾਸਤੇ ਤਿਆਰ ਨੇ। ਮਤਲਬ ਜਿਹੜੀ ਕੌਮ ਇੰਨੀ ਮਾਫੂਕੁਲ ਅਕਲ ਹੋਵੇ ਔਰ ਉਹਨੂੰ ਮੁੱਖ ਮੁਸੱਕਰ ਹੋਵੇ। ਮੁੱਖ ਮੁਸੱਕਰ ਦਾ ਮਤਲਬ ਹੁੰਦਾ ਅਰਬੀ ਵਿੱਚ ਕੁੰਦ ਜ਼ੇਨ, ਬੰਦ ਦਿਮਾਗ ਵਾਲੀ। ਉਹ ਵਿਚਾਰੀ ਮਾਸੂਮ ਹੀ ਇਨੋਸੈਂਟ ਹੀ ਹੈ ਨਾ, ਜ਼ਾਲਮਾਂ ਦੇ ਹੱਥੀਂ ਆਈ ਹੋਈ ਆਪਣੇ ਆਪਣੇ ਮਤਲਬ ਵਾਸਤੇ। ਇਹ ਉਹ ਮਕਸਦ ਹੈ ਕਿ ਲਿਕਵਿਡ ਆਇਰਨ ਹੈ ਜਿਹਨੂੰ ਜਿਹੜੀ ਤੁਸੀਂ ਭੱਟੀ 'ਚ ਪਾ ਦਿਓਗੇ ਨਾ
ਜਿਹੜੇ ਸਾਂਚੇ 'ਚ ਉਹ ਹੀ ਬਣ ਜਾਏਗਾ। ਔਰ ਅੱਜ ਦੇ ਦੌਰੇ ਪਾਕਿਸਤਾਨ ਦੀ ਕੌਮ ਉਹ ਉਸ ਬੱਟੀ ਸਾਂਚੇ 'ਚ ਪਾਇਆ ਖਤਮੇ ਨਬੂਵਤ, ਲਾ ਨਬੀ ਬਾਦੀ, ਆਪਣਾ ਗੁਸਤਾਖ ਦੀ ਇੱਕ ਹੀ ਸਦਾ, ਆ ਤੇ ਜਾ ਜਾ ਜਾ। ਇਹ 4-5 8 ਗੱਲਾਂ ਨੇ, ਇਹਦੇ ਤੇ ਸਾਰਾ ਇਸਲਾਮ ਖਲੋਤਾ ਪਾਕਿਸਤਾਨ ਦਾ। ਕਿਉਂਕਿ ਜਿਹੜੇ ਉਹਨਾਂ ਨੂੰ ਇਸਲਾਮ ਦੇਣ ਵਾਲੇ ਸੀ, ਉਹਨਾਂ ਨੇ ਇਸ ਤੋਂ ਇਲਾਵਾ ਤੀਸਰੀ ਗੱਲ ਚੌਥੀ ਦਿੱਤੀ ਕੋਈ। ਉਹ ਐਮਜੀ ਭਾਈ ਵੀ ਬੈਠੇ ਹੋਏ ਨੇ। ਓਏ ਐਮਜੀ ਭਾਈ, ਭੱਟੀ ਸਾਹਿਬ ਕੀ ਤੁਹਾਡਾ ਕੋਈ ਐਨਾਲਿਸਿਸ ਕਰਦਾ ਮੇਰੀ ਇਸ ਮਕਸਦ ਹੈ ਕਿ ਆਮੀਆਨਾ ਸਾਦੀਆਨਾ ਗੱਲ ਦੇ ਉੱਤੇ? ਬਿਲਕੁਲ ਮੀਆਂ ਜੀ, ਤੁਹਾਡੀ ਗੱਲ ਸੋਲਾਨ ਨੇ ਠੀਕ ਹੈ ਜਨਾਬ। ਉਹ ਇੰਝ ਹੁੰਦਾ ਹੈ ਕਿ ਅਦਰ ਪਾਥ ਆਫ ਲੀਸਟ ਰੈਜ਼ਿਸਟੈਂਸ, ਉਹ ਜਿਹੜਾ ਹੁੰਦਾ ਸਭ ਤੋਂ ਆਸਾਨ ਹੋ ਜਾਂਦਾ ਹੈ। ਉਹ ਜਿਵੇਂ ਆਖਦੇ ਨਾ ਪੰਜਾਬੀ 'ਚ ਵੀ ਧੁਰ ਬਣਾਈ ਹੁੰਦੀ। ਅਸਲ 'ਚ ਇਹਨਾਂ ਮਰਜ਼ਾਈਆਂ ਨੂੰ, ਕਾਦੀਆਨੀਆਂ ਜਾਂ ਅਹਿਮਦੀਆਂ ਨੂੰ ਧੁਰ ਬਣਾਇਆ ਹੋਇਆ, ਹੋਰ ਕੋਈ ਪਾਸੇ ਨਹੀਂ ਲੱਭਦਾ। ਕੋਈ ਪੋਲੀਟੀਕਲ ਏਜੰਡਾ ਹੋਵੇ, ਕਿਸੇ ਆਵਾਮ ਦੀ ਤਵੱਜੋ ਜਾਂ ਲੋਕਾਂ ਦੀ ਤਵੱਜੋ ਕਿਸੇ ਹੋਰ ਮਸਲੇ ਤੋਂ ਹਟਾ ਕੇ ਕਿਸੇ ਨੁਕਤੇ 'ਤੇ ਲਾਣੀ, ਅਤੇ ਜਿਸ ਵੇਲੇ ਮਰਜ਼ੀ ਸ਼ੁਰਲੀ ਛੱਡ ਦਿਓ। ਔਰ ਹੁਣ ਵੀ ਤੁਸੀਂ ਵੇਖ ਲਓ ਕਿ ਇਨਡਾਇਰੈਕਟਲੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾਂ ਉਰਾਂ ਪਰਾਂ ਜਿਹੜਾ ਹਲਚਲ ਹੋ ਰਹੀ ਹੈ ਆਪਣੇ, ਔਰ ਇਹ ਚੀਜ਼ਾਂ ਇਸ ਤਰ੍ਹਾਂ ਹੁਣ ਵਾਜ਼ੇ ਹੋ ਕੇ ਸਾਹਮਣੇ ਆ ਰਹੀਆਂ ਨੇ ਕਿ ਮਾਜ਼ੀ ਦੇ ਵਿੱਚ ਇੰਨਾ ਨਹੀਂ ਸੀ ਹੁੰਦਾ। ਉਹ ਅਹਿਮਦੀਆਂ ਨੂੰ ਅੱਗੇ ਕਰ ਦਿੱਤਾ ਜਾਏ, ਕਿਉਂਕਿ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੋਣਾ, ਰਿਟੈਲੀਏਸ਼ਨ ਨਹੀਂ ਹੋਣੀ। ਅਤੇ ਇਹ ਬਦਕਿਸਮਤੀ ਮਿਜ਼ਾਜ ਬਣ ਗਿਆ ਕੌਮ ਦਾ ਕਿ ਇਹਨਾਂ ਦੇ ਨਾਲ ਜੋ ਮਰਜ਼ੀ ਕਰ ਲਓ ਅਤੇ ਕੋਈ ਉਹਦਾ ਹੀ ਜਿਹੜਾ ਨਾ ਕੌਨਸੀਕੁਐਂਸਿਸ ਨਹੀਂ ਹੁੰਦੇ। یہ غلط فہمی ہے۔ ستمگروں کو خبر نہیں ہے کہ بات ٹھہری جہاں بھی ایک دن، حساب سارے چکانے ہوں گے، یہاں بھی ایک دن وہاں بھی ایک دن۔ لیکن ਉਹਦੇ ਨਾਲ ਤੁਹਾਡੀ ਫੈਬਰਿਕ ਕਮਜ਼ੋਰ ਹੋ ਜਾਂਦੀ ਹੈ ਕੌਮੀ ਸ਼ਖਸੀਅਤ ਦੇ ਵਿੱਚ, ਕੌਮੀ ਮਿਜ਼ਾਜ ਦੇ ਵਿੱਚ, ਰੈਸ਼ਨੈਲਿਟੀ ਦੇ ਵਿੱਚ। ਕਿਉਂ ਮੀਆਂ ਪੋਰਸ ਸਾਹਿਬ, ਤੁਹਾਡੇ ਅੰਦਰੋਂ ਖੋਖਲਾਪਨ ਦੀਮਕ ਲੱਗ ਜਾਂਦੀ ਹੈ। ਤਾਰ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਥੇ ਸਾਡੇ ਜਰਮਨੀ ਵਿੱਚ ਇੱਕ ਮੈਡੀਸਨ ਹੈਗੀ ਹੈ ਕੋਟੀਜ਼ੋਨ। ਮੈਨੂੰ ਨਹੀਂ ਪਤਾ ਕਿ ਤੁਹਾਡੇ ਲਈ ਹੈ ਜਾਂ ਇੰਗਲੈਂਡ ਹੈ ਜਾਂ ਇੱਧਰ ਉੱਧਰ। ਇੱਥੇ ਇੱਕ ਇੰਜੈਕਸ਼ਨ ਹੈਗਾ ਕੋਟੀਜ਼ੋਨ। ਉਹ ਆਖਰੀ ਦਵਾਈ ਹੈ ਜਿਹੜੀ ਕਿਸੇ ਵੀ ਮਰਜ਼ ਦੇ ਵਿੱਚ ਨਾ, ਹਰ ਮਰਜ਼ ਦਾ ਤੋੜ, ਲੇਕਿਨ ਉਹਨੂੰ ਲਾਣਾ ਪਸੰਦ ਨਹੀਂ ਕਰਦਾ। ਐਂਡ 'ਤੇ ਜਿਸਲੇ ਕਿਸੇ ਦੀ ਮਰਜ਼ ਪਹੁੰਚ ਜਾਏ ਨਾ, ਤੇ ਉਹਨੂੰ ਜਿਹੜੇ 4 ਸਾਹ ਦੇਣੇ ਹੋਣ ਨਾ, ਉਹਨੂੰ ਕੋਟੀਜ਼ੋਨ ਲਾਉਂਦੇ ਨੇ। ਅਤੇ ਇਹ ਜਮਾਤ ਅਹਿਮਦੀਆ ਜਿਹੜੀ ਨਾ, ਇਹ ਪਾਕਿਸਤਾਨ ਦੇ ਹਰ ਤਬਕੇ ਵਿੱਚ, ਹਕੂਮਤ ਤੋਂ ਲਾ ਕੇ 72 ਫਿਰਕਿਆਂ ਤੱਕ, ਪੁਲਿਸ ਤੋਂ ਲਾ ਕੇ ਆਰਮੀ ਤੱਕ, ਆਰਮੀ ਤੋਂ ਲਾ ਕੇ ਸਕੂਲਾਂ ਤੱਕ, ਸਕੂਲਾਂ ਤੋਂ ਲਾ ਕੇ ਕਾਲਜਾਂ ਤੱਕ, ਮਦਰਸੇ ਤਾਂ ਖੈਰ ਹੈ ਹੀ ਹਨ। ਹਰ ਇੱਕ ਦੀ ਜਦੋਂ ਜਾਨ ਤੇ ਬਣਦੀ ਹੈ ਨਾ, ਉਹਦੇ ਕਿਸੇ ਵੀ ਵਜ੍ਹਾ ਤੋਂ, ਉੱਥੇ ਉਹਨੂੰ ਇਹ ਜਿਹੜਾ ਨਾ ਕਾਦੀਆਨ ਕੋਟੀਜ਼ੋਨ, ਕਾਦੀਆਨੀਅਤ ਜਾਂ ਅਹਿਮਦੀਅਤ ਕੋਟੀਜ਼ੋਨ, ਇਹ ਲੱਗੇ ਤੇ ਉਹ ਬਚ ਪਾਉਂਦਾ। ਜਦੋਂ ਉਸ ਇਹ ਲਵਾ ਲੈਣਾ ਇੰਜੈਕਸ਼ਨ, ਉਹਦੀ ਜਿੰਦ ਜਾਨ ਪੈ ਜਾਣੀ। ਤੁਸੀਂ ਇਫਤਖਾਰ ਚੌਧਰੀ ਜਾਜੀ ਤੋਂ ਲੱਗ ਕੇ ਜਵੇਦ ਬਾਜਵਾ ਤੱਕ, ਜਵੇਦ ਬਾਜਵਾ ਤੋਂ ਲੱਗ ਕੇ ਭੌਰੀਆ ਫਜ਼ੂਲ ਜਾਨ ਤੱਕ, ਉਸ ਤੋਂ ਅੱਗੇ ਲੱਗ ਕੇ ਇਹ ਖਲੀਲੁਰ ਰਹਿਮਾਨ ਅਸਾਫੀ ਜਿਹੜਾ, ਇਹਨੂੰ ਵੇਖ ਲਓ। ਹਕੂਮਤਾਂ ਤਾਂ ਮੁੜ ਚੁੱਕਦੀਆਂ ਨਾ ਕੰਮ। ਉਹ ਜਿਹੜਾ ਆਪਣਾ ਕੀ ਨਾਂ ਤੁਹਾਡਾ, ਉਹ ਸਫਦਰ ਰਵਾਨ ਨੂੰ ਵੇਖ ਲਓ, ਮੁਸਲਿਮ ਲੀਗੀਆ, ਹਿਜ਼ਬ ਮੁਖਾਲਫ ਤੇ ਆਈ ਹੁਣ। ਈਵਨ ਪ੍ਰੋਫੈਸਰਾਂ ਤੱਕ ਇਹ ਬਿਆਨ ਦੇ ਛੱਡੇ ਨੇ, ਵਕੀਲਾਂ ਤੱਕ ਇਹ ਮੂਵਮੈਂਟਾਂ ਚਲਾ ਛੱਡੀਆਂ ਨੇ। ਜਿੱਥੇ ਡਿੱਗੋ ਉੱਥੇ ਕਾਦੀਆਨੀ ਕੋਟੀਜ਼ੋਨ ਚੁੱਕੋ, ਲਵਾਓ ਮੂੰਹ ਦੇ ਵਿੱਚ ਤੇ ਬੜਬੜ ਸ਼ੁਰੂ ਕਰ ਦਿਓ, ਤੇ ਕੰਮ ਤੁਹਾਡਾ ਬੰਨੇ। ਬਾਜੀ ਐਡਾ ਗੋਲੜੇ ਵਾਲਾਂ ਦਾ ਤਵੀਦ ਨਹੀਂ ਕੰਮ ਕਰਦਾ ਛੇਤੀ, ਜਿੰਨਾ ਕਾਦੀਆਨੀ ਮਤਲਬ ਕੋਟੀਜ਼ੋਨ ਕੰਮ ਛੇਤੀ ਕਰਦਾ। ਕਿਉਂ ਜੀ ਮੀਆਂ ਪੋਰਸ ਭੱਟੀ ਸਾਹਿਬ? ਹਾਂਜੀ ਹਾਂਜੀ, ਮੈਂ ਚਲੋ ਇੱਥੇ ਥੋੜ੍ਹਾ ਜਿਹਾ ਆਪਣਾ ਇੱਕ ਮੁਕੱਦਮਾ ਰੱਖਣਾ। ਪਹਿਲੇ ਮੈਂ ਥੋੜ੍ਹਾ ਜਿਹਾ ਪਿਛਲੀ ਗੱਲਾਂ ਦੇ ਵਿੱਚ ਨਾ ਆਪਣਾ ਪੁਆਇੰਟ ਆਫ ਵਿਊ ਦੇਣਾ ਚਾਹੁੰਦਾ ਕਿ ਜਿਹੜਾ ਮੇਰੀ ਨਜ਼ਰ ਦੇ ਅੰਦਰ ਨਾ ਕਾਦੀਆਨੀਆਂ ਦੇ ਨਾਲ ਅਹਿਮਦੀਆ ਦੇ ਨਾਲ ਮੇਰੀ ਨਜ਼ਰ ਜਿਹੜਾ ਸਭ ਤੋਂ ਵੱਡਾ ਜ਼ੁਲਮ ਹੋਇਆ ਨਾ, ਉਹ ਇਹ ਹੋਇਆ ਕਿ ਨਾਂਦਾ ਅਕੀਦਾ ਆਮ ਇਨਸਾਨ ਤੱਕ ਪਹੁੰਚਾਇਆ ਹੀ ਨਹੀਂ ਗਿਆ।
ਯਾਨੀ ਕਿ ਅਗਰ ਮੈਂ ਸਿਰਫ ਪਾਕਿਸਤਾਨ ਦੀ ਹੀ ਬਾਉਂਡਰੀ ਦੀ ਗੱਲ ਕਰਾਂ ਕਿ ਜਿੱਥੇ ਇਸ ਅਕੀਦੇ ਨੇ ਜਨਮ ਲਿਆ, ਜਾਂ ਜਿੱਥੇ ਇਸ ਅਕੀਦਾ ਦਾ ਆਗਾਜ਼ ਹੁੰਦਾ ਹੈ, ਉੱਥੇ ਵੀ ਅਗਰ 70-80% ਪਾਪੂਲੇਸ਼ਨ ਤੱਕ ਨਾਂਦੇ ਮੀਡੀਅਮ ਦੇ ਥਰੂ ਅਕੀਦਾ ਨਹੀਂ ਪਹੁੰਚਿਆ, ਬਲਕਿ ਨਾਂਦੇ ਖਿਲਾਫ ਜਿਹੜੀ ਇੱਕ ਹੇਟ ਜਨਰੇਟ ਕੀਤੀ ਗਈ ਸੀ ਨਫ਼ਰਤ, ਉਸ ਨੇ ਨਾਂਦਾ ਅਕੀਦਾ ਦੱਸਿਆ ਆਵਾਮ ਨੂੰ ਕਿ ਨਾਂਦਾ ਅਹਿਮਦੀਆ ਦਾ ਇਹ ਅਕੀਦਾ ਜੇ, ਨਾਂਦੇ ਕੋਲ ਤੁਸੀਂ ਜਾ ਕੇ ਨਹੀਂ ਪੁੱਛਣਾ। ਜਿਹਦੀ ਵਜ੍ਹਾ ਤੋਂ ਕੀ ਹੁੰਦਾ ਹੈ ਕਿ ਮਤਲਬ ਕਿ ਜਦੋਂ ਵੀ ਤੁਸੀਂ ਵਹਿੰਦੇ ਹੋਣਾ ਟਿਕਟੋਕ ਉੱਤੇ ਬਰਾੜ 'ਤੇ ਵੀ ਆਵੇ ਨਾ ਬੰਦਾ, ਉਹ ਸਟਾਰਟ ਹੀ ਗਾਲ ਤੋਂ ਲੈਂਦਾ ਹੈ। ਜਦੋਂ ਵੀ ਦੁਨੀਆ ਪੂਰੀ ਦੇ ਵਿੱਚ ਤੁਸੀਂ ਘੁੰਮ ਕੇ ਵੇਖ ਲਓ, ਜਦੋਂ ਵੀ ਡਿਸਕਸ਼ਨ ਜਾਂ ਬੰਦੇ ਕੋਲ ਕਿਸੇ ਦੀ ਸਵਾਲ ਦਾ ਜਵਾਬ ਨਹੀਂ ਨਾ ਹੁੰਦਾ, ਤਾਂ ਉਹ ਆਪਣੇ ਪੈਰਾਕਾਰ ਨੂੰ ਉਹਨਾਂ ਤੋਂ ਦੂਰ ਜਾਂ ਫਿਰ ਸਟਾਰਟ ਹੀ ਗਾਲ ਤੋਂ ਕਰਨਾ ਸਿਖਾਉਂਦਾ ਹੈ। ਮੈਂ ਅੱਜ ਵੀ ਇਹ ਚੀਜ਼ ਦਾਅਵੇ ਨਾਲ ਕਹਿਣਾ, ਅਗਰ ਅਹਿਮਦੀ ਲੋਕ ਆਪਣਾ ਨਾਨੂੰ ਓਪਨਲੀ ਆਪਣਾ ਅਕੀਦਾ ਪ੍ਰਚਾਰ ਕਰਨ ਦਿੱਤਾ ਜਾਏ ਨਾ ਪਾਕਿਸਤਾਨ ਵਿੱਚ, ਮੈਂ ਕਦੀ ਵੀ ਨਹੀਂ ਕਹਿੰਦਾ ਕਿ ਹਰ ਬੰਦਾ ਅਹਿਮਦੀ ਹੋ ਜਾਏਗਾ, ਹੋ ਸਕਦਾ ਇੱਕ ਬੰਦਾ ਵੀ ਨਾ ਹੋਵੇ ਅਹਿਮਦੀ, ਲੇਕਿਨ ਕਮ ਅਜ਼ ਕਮ ਕੋਈ ਬੰਦਾ ਨਾ ਦੇ ਨਾਲ ਨਫ਼ਰਤ ਨਹੀਂ, ਨਾ ਹਕਾਰਤ ਦੀ ਨਜ਼ਰ ਨਾਲ ਜਾਂ ਦੁਸ਼ਮਣ ਨਹੀਂ ਵੇਖਿਆ ਤਾਂ ਉਸ ਤੋਂ ਬਾਅਦ ਨਾ ਵੀ ਇੱਕ ਇਨਸਾਨ ਹੀ ਔਰ ਆਪਣੇ ਵਰਗਾ ਹੀ ਸਮਝੇਗਾ। ਕਿਉਂਕਿ ਹੁਣ ਏਲੀਅਨ ਅਤੇ ਅਹਿਮਦੀਅਤ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਨਾ ਮਾਸਾ ਹੀ ਫਰਕ ਰਹਿ ਗਿਆ, ਜਿਵੇਂ ਦਾ ਸਾਡੇ ਕੋਲ ਉੱਥੇ ਪੋਰਟਰੇ ਕੀਤਾ ਜਾਂਦਾ ਹੈ। ਅਤੇ ਇਹ ਬੜਾ ਮੇਰੇ ਖਿਆਲ ਸਭ ਤੋਂ ਵੱਡੀ ਜ਼ੁਲਮ ਜ਼ਿਫੀ ਹੈ ਕਿ ਤੁਹਾਡਾ ਅਕੀਦਾ ਅਸਲ ਵਿੱਚ ਹੈ ਕਿ ਇਹ ਤੁਹਾਡੀ ਦੀ ਬਜਾਏ ਜਿਹੜੇ ਸੁੰਨੀ ਮੌਲਵੀ ਹਨ ਉਹ ਦੱਸ ਰਹੇ ਕਿ ਤੁਹਾਡਾ ਅਕੀਦਾ ਕੀ ਹੈ। ਜਿੱਥੇ ਆਖਰੀ ਗੱਲ ਮਾਜ਼ਰਤ ਨਾਲ ਮੀਆਂ ਸਾਹਿਬ ਦੀ ਗੱਲ ਨਾਲ ਮੈਂ ਟੋਟਲੀ ਕਰਨਾ ਇਖਤਲਾਫ ਕਿ ਨਹੀਂ, ਬਿਲਕੁਲ ਤੁਸੀਂ ਆਪਣੀ ਗੱਲ 'ਤੇ ਰਾਈਟ ਹੋ ਕਿ ਅਹਿਮਦੀਅਤ ਦਾ ਸਾਇੰਸ ਵਿੱਚ ਜਾਂ ਇਸਲਾਮ ਵਿੱਚ ਕਿੰਨਾ ਕੰਟਰੀਬਿਊਸ਼ਨ ਹੈ, ਜੱਗ ਵੱਜ ਕੇ ਦੱਸਣਾ ਚਾਹੀਦਾ ਹੈ। ਲੇਕਿਨ ਅਗਰ ਮੇਰੇ ਰੰਗਾਂ ਨਾਲ ਨਿਊਟਰਲ ਬੰਦਾ ਬੈਠਾ ਹੋਵੇਗਾ, ਉਹ ਹਮੇਸ਼ਾ ਤਨਕੀਦ ਕਰੇਗਾ। ਮੈਂ ਇੱਕ ਮਿਸਾਲ ਦਿੰਦਾ, ਥੋਮਸ ਐਡੀਸਨ ਨੇ ਬਲਬ ਬਣਾਇਆ, ਦੁਨੀਆ ਦੇ ਵਿੱਚ ਪਤਾ ਲੱਗਾ ਕਿ ਰਾਤ ਨੂੰ ਵੀ ਦੇਂ ਕਰ ਦਿੱਤਾ ਬਲਬ ਬਣਾ ਕੇ। ਅੱਜ ਤੱਕ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਈਸਾਈਆਂ ਨੇ ਬਲਬ ਬਣਾਇਆ। ਵੇਖੋ ਨਾ, ਉਹ ਵੀ ਤਾਂ ਮਜ਼ਹਬ ਨਾਲ ਤਾਲੁਕ ਰੱਖਦਾ ਹੀ ਆ ਨਾ। ਜਿੰਨੀਆਂ ਇਜਾਦਾਂ ਹੋਈਆਂ ਨੇ, ਕਿਸੇ ਨੇ ਬਿਜਲੀ ਬਣਾਈ ਹੈ, ਕਿਸੇ ਨੇ ਫਿਜ਼ਿਕਸ ਇਜਾਦ ਕੀਤੀ ਹੈ, ਕਿਸੇ ਬੰਦੇ ਨੇ ਅਸੀਂ ਨਹੀਂ ਆਖਿਆ ਕਿ ਫਲਾਣੇ ਯਹੂਦੀ ਨੇ ਜੀ ਨਿਊਟਨ ਨੇ ਐਟਮ ਬਣਾਇਆ ਜੀ ਯਹੂਦੀਆਂ ਨੇ ਐਟਮ ਬੰਬ ਬਣਾਇਆ, ਅਸੀਂ ਉਹ ਨਿਊਟਨ ਦਾ ਹੀ ਨਾਂ ਲੱਭਦਾ ਕਿਉਂਕਿ ਉਹ ਸ਼ਖਸੀਅਤ ਖੁਦ ਵਿੱਚ ਬੜੀ ਵੱਡੀ ਹੈ। ਮਸਲਾ ਹੈ ਕਿ ਮੁਸਲਮਾਨਾਂ ਦੀ ਜਦੋਂ ਤਾਰੀਖ ਲਿਖੀ ਗਈ ਨੇ, ਚਾਹੇ ਉਹ ਅਹਿਮਦੀ ਮੁਸਲਮਾਨ ਹੋਵੇ ਚਾਹੇ ਉਹ ਗੈਰ ਅਹਿਮਦੀ ਮੁਸਲਮਾਨ ਹੋਵੇ, ਉਹ ਹਮੇਸ਼ਾ ਨਾਂਦੇ ਅਗਰ ਮਕਤਬ ਫਿਕਰ 'ਚ ਕਿਸੇ ਇਨਸਾਨ ਨੇ ਸਾਇੰਸੀ ਇਲੂਮ ਨੂੰ ਹਾਸਲ ਕਰਕੇ ਤਰੱਕੀ ਕੀਤੀ ਹੈ, ਉਹ ਉਹਨੂੰ ਮਜ਼ਹਬੀ ਟੱਚ ਦਿੰਦਾ ਹੈ। ਉਹ ਚਾਹੇ ਅਹਿਮਦੀ ਦੇਵੇ ਜਾਂ ਗੈਰ ਅਹਿਮਦੀ ਦੇਵੇ, ਮੀਆਂ ਸਾਹਿਬ ਮੇਰੀ ਨਜ਼ਰ 'ਚ ਉਹ ਗਲਤ ਹੈ। ਉਸ ਇਨਸਾਨ ਨੇ ਤਰੱਕੀ ਕੀਤੀ ਹੈ ਸਾਇੰਸੀ ਇਲੂਮ ਪੜ੍ਹ ਕੇ, ਮਜ਼ਹਬ ਦਾ ਉਹਦੇ 'ਚ ਕੋਈ ਕਿਰਦਾਰ ਨਹੀਂ ਮੇਰੀ ਨਜ਼ਰ ਦੇ ਵਿੱਚ। ਬਾਕੀ ਤੁਸੀਂ ਬਿਹਤਰ ਜਾਣਦੇ ਹੋ ਜੀ। ਤਾਰਕ ਭਾਈ ਤੇ ਰਮਜਦ ਭਾਈ ਇਹਦੇ ਤੇ ਤੁਸੀਂ ਕਲਾਮ ਕਰਨਾ। ਯਾਰ ਇਹਦੇ ਵਿੱਚ ਗੱਲ ਹੈ ਵੇ ਕਿ ਅਗਰ ਤੁਸੀਂ ਦੂਸਰੇ ਦਾ ਪੁਆਇੰਟ ਆਫ ਵਿਊ ਸਾਹਮਣੇ ਨਾ ਆਉਣ ਦਿਓ ਔਰ ਉਹਨਾਂ 'ਤੇ ਪਾਬੰਦੀ ਰਹੋ, ਔਰ ਦੂਸਰੀ ਪਾਸੇ ਇੰਝ ਨਹੀਂ ਕਿ ਆਖਿਆ ਅਗਰ ਕਾਨੂੰਨ ਬਣਦਾ ਹੀ ਹੁੰਦਾ ਹੈ ਇਨਸਾਫ ਨਾਲ ਤਾਲੁਕ ਲੈਣਾ ਹੋਵੇ, ਜਿਵੇਂ ਇਮਰਾਨ ਖਾਨ ਨੂੰ ਕਿਹਾ ਕਿ ਉਹਦਾ ਨਾਮ ਨਹੀਂ ਆਉਣਾ, ਜਿਸ TV ਦੇ ਉੱਤੇ ਨੈਸ਼ਨਲ ਮੀਡੀਆ 'ਤੇ ਉਹਦਾ ਨਾਮ ਨਾ ਆਵੇ, ਇੱਕ ਸ਼ਜਰੇ ਮਮਨੂਆ ਕਰਾ ਦਿੱਤਾ। ਉਹ ਵੀ ਹੋ ਜਾਏ, ਆਖਿਆ ਜਾਏ ਕਿ ਇਹ ਕਾਦੀਆਨੀਅਤ, ਮਿਰਜ਼ਾਈਅਤ ਜਾਂ ਅਹਿਮਦੀਅਤ ਇੱਕ ਐਸੀ ਸ਼ੈ ਹੈ ਜਿਹਦਾ ਨਾਮ ਨਹੀਂ ਲੈਣਾ, ਇਹਦੇ ਹੱਕ ਵਿੱਚ ਇਹਦੇ ਖਿਲਾਫ ਕੋਈ ਗੱਲ ਨਹੀਂ ਕਰਨੀ। ਇਹ ਜਿਹੜਾ ਸਟੇਟ ਦੇ ਖਿਲਾਫ ਹੈ, ਆਵਾਮ ਦੇ ਖਿਲਾਫ ਹੈ, ਇਹ ਕਰਤਾ ਜਾਏ, ਉਹ ਵੀ ਘੱਟ ਜ਼ੁਲਮ ਹੋਏਗਾ। ਹੋਇਆ ਇੰਝ ਕਿ ਇਹਨਾਂ 'ਤੇ ਲੱਗ ਗਈ ਪਾਬੰਦੀ ਕਿ ਤੁਸੀਂ ਆਪਣਾ ਦਿਫਾਅ ਵੀ ਨਹੀਂ ਕਰਨਾ। ਅੱਛਾ, ਜਿਹੜੇ ਇਹਨਾਂ ਦੇ ਮੁਖਾਲਫ ਨੂੰ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੁਸੀਂ ਵੀ ਹੁਣ ਬਸ 'ਚ ਕਰੋ, ਉਹਨਾਂ ਨੇ ਆਖਿਆ ਤੁਸੀਂ ਪੱਟ ਰੱਖੋ, ਕਾਨੂੰਨ ਤੁਹਾਡੇ ਨਾਲ ਹੈ, ਆਰਡੀਨੈਂਸ ਤੁਹਾਡੇ ਨਾਲ ਨੇ, ਐਸਟੈਬਲਿਸ਼ਮੈਂਟ ਤੁਹਾਡੇ ਨਾਲ ਹੈ, ਪਬਲਿਕ ਤੁਹਾਡੇ ਨਾਲ ਹੈ, ਅਤੇ ਇਹ ਮੇਰਾ ਲੁੱਟੋ। ਇਹ ਦੋ ਤਰਫਾ ਤਮਾਸ਼ਾ ਹੈ। ਇਹ ਜਿਹੜਾ ਜਿਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਔਰ ਪਰਸੀਕਿਊਸ਼ਨ ਅਹਿਮਦੀਆਂ ਦੇ ਖਿਲਾਫ ਹੋਈ ਹੈ ਡਿਫਰੈਂਟ ਲੈਵਲ ਦੇ ਉੱਤੇ, ਇੰਟਲੈਕਚੁਅਲ ਲੈਵਲ 'ਤੇ, ਔਰ ਹੁਣ ਇਹ ਵੀ ਸੂਰਤ ਹਾਲ ਕਿ ਕਿਸੇ ਦੌਰ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪੜ੍ਹਿਆ ਲਿਖਿਆ ਤਬਕਾ ਸੀ ਉਹ ਜਮਾਤ ਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਨਹੀਂ ਸੀ ਰੱਖਦਾ। ਲੇਕਿਨ ਹੁਣ ਜਦੋਂ ਮੈਂ ਦੇਖਣਾ ਵਾਂ ਬਦਕਿਸਮਤੀ ਨਾਲ ਇੱਕ ਮੁਸਲਸਲ ਪ੍ਰਾਪੋਗੰਡੇ ਦੇ ਤਹਿਤ ਜਿਹੜਾ ਸੰਜੀਦਾ ਤਬਕਾ ਵੀ ਹੈ, ਡਾਕਟਰ, ਇੰਜੀਨੀਅਰ, ਪੜ੍ਹੇ ਲਿਖੇ ਬੰਦੇ ਨੇ, ਉਹ ਵੀ ਸਮਝਦੇ ਨੇ ਕਿ ਇਹ ਜਿਹੜੇ ਅਹਿਮਦੀਅਤ ਹੈ ਇਹ ਕੋਈ ਇਸਲਾਮ ਦੇ ਖਿਲਾਫ ਕੋਈ ਸਾਜ਼ਿਸ਼ ਹੈ, ਪਾਕਿਸਤਾਨ ਦੇ ਖਿਲਾਫ ਕੋਈ ਇੱਕ ਤਹਿਰੀਕ ਹੈ। ਦਿਸ ਇਜ਼
ਸੋ ਡੇਂਜਰਸ ਕਿ ਇੱਕ ਹਕਾਇਕ ਤੋਂ, ਰਿਐਲਿਟੀ ਤੋਂ ਬਿਲਕੁਲ ਮੁਖਤਲਿਫ ਚੀਜ਼ ਨੂੰ ਫੈਬਰੀਕੇਟ ਕੀਤਾ ਗਿਆ ਹੈ ਔਰ ਉਹਨੂੰ ਪ੍ਰਮੋਟ ਕਰਕੇ ਉਹਨੂੰ ਮੁਸ਼ਤਹਿਰ ਕੀਤਾ ਗਿਆ ਔਰ ਇੱਕ ਸਟੇਟ ਪਾਲਿਸੀ ਦੇ ਤਹਿਤ ਉਹਨੂੰ ਤੁਸੀਂ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਅਜ਼ਬਰ ਕਰ ਦਿੰਦੇ ਹੋ। ਇਹਦਾ ਕੀ ਮਤਲਬ ਹੈ ਕਿ ਕੋਈ ਸੱਚਾਈ ਨਾਲ, ਰਿਐਲਿਟੀ ਨਾਲ ਸਟੇਟ ਦਾ ਕੋਈ ਤਾਲੁਕ ਨਹੀਂ। ਉਹਦੇ ਮੁਜ਼ਿਰ ਅਸਰਾਤ ਇਹ ਹੁੰਦੇ ਨੇ ਕਿ ਜਦੋਂ ਤੁਸੀਂ ਐਡੀ ਵੱਡੀ ਫੈਬਰੀਕੇਸ਼ਨ, ਸੈਲਫ ਮੇਡ ਇੱਕ ਇਮੇਜ ਜਿਹੜਾ ਬਿਆਨੀਆਂ ਬਣਾ ਕੇ ਉਹਨੂੰ ਫਲੋਟ ਕਰਦੇ ਹੋ ਔਰ ਮਹਾਰਤ ਹਾਸਲ ਕਰ ਲੈਂਦੇ ਹੋ ਕਿ ਝੂਠ ਤੇ ਮਬਨੀ ਇੱਕ ਮਹਿਜ਼ ਝੂਠਾ ਪ੍ਰਾਪੋਗੰਡਾ ਉਹਨੂੰ ਆਵਾਮ ਖਰੀਦ ਲੈਂਦੀ ਹੈ। ਇਹਦਾ ਮਤਲਬ ਹੈ ਆਵਾਮ ਦੀ ਵੀ ਜਿਹੜੀ ਜ਼ਿਹਨੀ ਸਤ੍ਹਾ ਹੈ ਉਹ ਵੀ ਖਾਸ ਲੈਵਲ ਦੀ ਹੈ ਔਰ ਹੁਕਮਰਾਨਾਂ ਨੂੰ ਵੀ ਇੱਕ ਆਰਟ ਲੱਭ ਜਾਂਦਾ ਹੈ, ਇੱਕ ਸ਼ੋਬੇ ਦੇ ਵਿੱਚ ਮਹਾਰਤ ਹੁੰਦੀ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਅਗਰ ਦਬਾ ਕੇ, ਇੱਕ ਨੂੰ ਦਬਾ ਕੇ ਦੂਸਰੇ ਪਾਸੇ ਜਿਹੜਾ ਉਹ ਬਿਆਨੀਆ ਜਿਹੜਾ ਨਾ ਉਹਨੂੰ ਵਾਜ਼ੇ ਤੌਰ 'ਤੇ ਬਾਰ-ਬਾਰ ਲੋਕਾਂ ਦੇ ਜ਼ਿਹਨ 'ਚ ਪਾਇਆ ਜਾਏ ਤੇ ਰਾਏ ਬਦਲ ਜਾਂਦੀ ਹੈ। ਇਹਦੇ ਵਿੱਚ ਮਜ਼ੀਦ ਮੈਂ ਕੀ ਗੱਲ ਕਰਾਂ, ਹਰ ਕੋਈ ਅਗਰ ਅੱਖਾਂ ਖੋਲ੍ਹ ਕੇ ਵੇਖ ਲਵੇ ਤੇ ਅੱਜ ਪਾਕਿਸਤਾਨ ਨਾਲ ਨਿਗਾਹ ਜਾਂਦੀ ਹੈ ਤੇ ਇਹ ਕਹਿਣਾ ਪੈਂਦਾ ਹੈ ਕਿ ਕਭੀ ਰਹਿਮतें थी नाज़िल इसी खित्ताए ज़मीं पर वही खित्ताए ज़मीं है कि अज़ाब उतर रहे हैं। मैं अच्छा, किसके नाम लिखूं जो अलम गुजर रहे हैं। ਜੀ ਜਜ਼ਾਕੱਲਾ। ਇਸ ਦੇ ਵਿੱਚ ਭੱਟੀ ਸਾਹਿਬ ਇੱਕ ਹੋਰ ਚੀਜ਼ ਵੀ ਤੁਸੀਂ ਵੇਖ ਲੈਣਾ। ਅਸਲ ਵਿੱਚ ਜਦੋਂ ਡਾਕਟਰ ਅਬਦੁਲ ਸਲਾਮ ਸਾਹਿਬ ਨੇ ਸਾਇੰਸ ਦੇ ਵਿੱਚ ਇਹ ਕਾਰਨਾਮਾ ਅੰਜਾਮ ਦਿੱਤਾ, ਇਹਦੇ 'ਚ ਜਮਾਤ ਅਹਿਮਦੀਆ ਨੇ ਉਹਨਾਂ ਦੀ ਪਬਲਿਸਿਟੀ ਨਹੀਂ ਕੀਤੀ ਐਜ਼ ਏ ਮੁਸਲਿਮ ਅਹਿਮਦੀ ਜਾਂ ਕੋਈ ਐਸੀ ਗੱਲ। ਇਹ ਜਿਨ੍ਹਾਂ ਨੇ ਉਹਨਾਂ ਨੂੰ ਇਹ ਪ੍ਰਾਈਜ਼ ਦਿੱਤਾ ਸੀ ਨਾ, ਨੋਬਲ ਇੰਸਟੀਚਿਊਟ ਵਾਲਿਆਂ ਨੇ, ਕਿਉਂਕਿ ਪਿਛਲੇ 600-700 ਸਾਲ 'ਚ ਇਸਲਾਮ ਦੇ ਵਿੱਚੋਂ, ਮੁਸਲਮਾਨਾਂ 'ਚੋਂ ਕਿਸੇ ਬੰਦੇ ਨੇ ਉਸ ਲੈਵਲ ਜਿਹੜੀਆਂ ਤੁਸੀਂ ਜਿਨ੍ਹਾਂ ਦੀਆਂ ਗੱਲਾਂ ਕੀਤੀਆਂ ਉਹ ਤਾਂ ਇੱਟ ਪੁੱਠੋ ਤੇ ਇਹੀ ਜਿਹੇ ਬੰਦੇ ਨਿਕਲਦੇ ਪਏ ਸੀ। ਕੋਈ ਟੈਲੀਫੋਨ ਈਜਾਦ ਕਰਦਾ ਪਿਆ, ਕੋਈ ਟੀਵੀ ਈਜਾਦ ਕਰਦਾ ਪਿਆ, ਕੋਈ ਪਹੀਆ ਈਜਾਦ ਕਰਦਾ ਪਿਆ, ਕੋਈ ਬਿਜਲੀ ਈਜਾਦ ਕਰਦਾ ਪਿਆ, ਕੋਈ ਬਲਬ ਬਣਾਉਂਦਾ ਪਿਆ। ਉਹਨਾਂ ਦੇ ਤੇ ਮਤਲਬ ਕਿ ਇੱਕ ਮਤਲਬ ਕਿ ਪੈਦਾਵਾਰ ਇੰਨੀ ਹੈਗੀ ਸੀ ਕਿ ਉਹ ਕਿੰਨਾ ਨਾਂ ਰੱਖਣ ਤੇ ਕਿੰਨਾ ਲਵਣ। ਤੇ ਮੁਸਲਮਾਨਾਂ ਦੇ ਵਿੱਚ ਕਿਉਂਕਿ ਹੁਣ ਇਹ ਤਾਂ ਗੈਰ ਮੁਸਲਮਾਨ ਤੇ ਨਹੀਂ ਪਤਾ ਕਿ ਸਾਡੇ ਨਾਲ ਕੀ ਹੁੰਦਾ ਪਿਆ, ਇਹ ਉਹਨਾਂ ਨੇ ਇਹ ਮਕਸਦ ਐਲਾਨ ਕੀਤਾ ਸੀ ਕਿ ਫਸਟ ਮੁਸਲਿਮ ਸਾਇੰਸਦਾਨ ਇਜ਼ ਨੋਬਲ ਪ੍ਰਾਈਜ਼। ਕਿਉਂ ਜੀ ਤਾਹਿਰ ਅਮਜਦ ਸਾਹਿਬ, ਮੈਂ ਕੋਈ ਗਲਤ ਤਾਂ ਨਹੀਂ ਆਉਂਦਾ ਪਿਆ? ਨਹੀਂ, ਉਹ ਦੇਖੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅਸਲ 'ਚ ਅਹਿਮਦੀਆਂ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਜਿਹੜੀ ਮਤਲਬ ਇੱਥੇ ਕੈਨੇਡਾ, ਯੂਰਪ 'ਚ ਰਹਿੰਦੇ ਆ, ਮਤਲਬ ਇਟਸ ਅ ਕ੍ਰਿਮੀਨਲ ਅਫੈਂਸ। ਲੇਕਿਨ ਇੰਨੀ ਜ਼ਿਆਦਾ ਹੋ ਗਈ ਮੀਆਂ ਜੀ ਕਿ ਐਡੇ ਐਡੇ ਜਿਹੜੇ ਜ਼ੁਲਮ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਾਏ ਤੇ ਉਸ ਤੋਂ ਵੱਧ ਕੇ ਤੁਹਾਨੂੰ ਹੋਰ ਜ਼ੁਲਮ ਨਜ਼ਰ ਆ ਜਾਂਦੇ ਨੇ। ਤੇ ਉਹ ਇਹੀ ਹੈ ਕਿ ਕੌन सा फूल चुनूं गुलशन से, एक से एक सवाल लगता है। ज़फ़रुल्लाह साहब होन, ज़फ़रुल्लाह खान साहब होन, अख्तर मलक होन, अब्दुल अली मलक होन, डॉक्टर अब्दुल सलाम या दूसरे ਜਿਹੜੇ ਫਾਜ਼ਲ ਜੰਜੂਆ ਜਾਂ ਜਿਹੜੇ ਨੇ ਵੀ ਅਹਿਮਦੀਆ ਨੇ ਖਿਦਮਾਤ ਦਿੱਤੀਆਂ ਨੇ ਪਾਕਿਸਤਾਨ ਦੀ ਤਰੱਕੀ ਦੇ ਵਿੱਚ, ਪਾਕਿਸਤਾਨ ਦੀ ਸੁਸਾਇਟੀ 'ਚ, ਉਹ ਹਰ ਇੱਕ ਨੂੰ ਨਿਗੇਟ ਕੀਤਾ ਗਿਆ। ज़फ़रुल्लाह खान साहब ਦੇ ਬਾਰੇ 'ਚ ਤਾਰੀਖੀ ਪਾਕਿਸਤਾਨ ਦੀ ਤਾਰੀਖ ਇਹ ਤਾਲਬ ਇਲਮ ਜਿਹੜੀ ਪੜ੍ਹਾਈ ਜਾਂਦੀ ਉਹਦਾ ਕਿੱਥੇ ਜ਼ਿਕਰ ਹੈ? ਕਿੰਨੀ ਵੱਡੀ ਕੰਟਰੀਬਿਊਸ਼ਨ ਉਹਨਾਂ ਦੀ, ਕਿਉਂ ਕਿ ਉਹਨਾਂ ਦਾ ਤਲੇ ਖਾਸ ਜਮਾਤ ਨਾਲ ਹੈ। ਉਹਦੀ ਫਿਰ ਪ੍ਰਾਈਸ ਜਿਹੜੀ ਹੈ ਉਹ ਤਾਂ ਕੌਮ ਨੂੰ ਪੇ ਕਰਨੀ ਪੈਂਦੀ ਹੈ ਨਾ। ਕਿ ਤੁਸੀਂ ਮੇਰਾ ਐਜ਼ ਏ ਪਾਕਿਸਤਾਨੀ ਇਹ ਹੋ ਜਾਂਦਾ ਕਿ ਜਦੋਂ ਤੁਸੀਂ ਸੱਚਾਈ ਨੂੰ ਛੁਪਾ ਕੇ, ਮਤਲਬ ਤੁਸੀਂ ਇੱਕ ਮੈਕੈਨਿਜ਼ਮ ਇੱਕ ਐਸਾ ਡਿਵੈਲਪ ਕਰ ਦਿੰਦੇ ਹੋ ਕਿ ਜਿਹੜੀਆਂ ਵਾਜ਼ੇ ਤੌਰ 'ਤੇ ਸ਼ਹਾਦਤਾਂ ਮੌਜੂਦ ਨੇ, ਜਿਹਦੇ ਵਾਜ਼ੇ ਤੌਰ 'ਤੇ ਇੱਕ ਜਿਹੜਾ ਕਿਰਦਾਰ ਹੈ ਔਰ ਕੰਟਰੀਬਿਊਸ਼ਨ ਹੈ, ਉਹਨੂੰ ਤੁਸੀਂ ਅਗਰ ਚਾਹੋ ਤਾਂ ਸਟੇਟ ਪਾਲਿਸੀ ਦੇ ਤਹਿਤ ਉਹਨੂੰ ਡਿਲੀਟ ਕਰ ਸਕਦੇ ਹੋ, ਲੋਕਾਂ ਦੇ ਜ਼ਿਹਨਾਂ ਦੇ ਵਿੱਚੋਂ ਮਹਿਵ ਕਰ ਸਕਦੇ ਹੋ ਔਰ ਆਪਣੀ ਮਰਜ਼ੀ ਦਾ ਬਿਆਨੀਆ ਜਿਹੜਾ ਨਾ ਉਹਨਾਂ 'ਤੇ ਥੋਪ ਸਕਦੇ ਹੋ। ਮੈਂ ਸਮਝਦਾ ਕਿ ਅਹਿਮਦੀਆਂ ਦੇ ਨਾਲ ਜਿਹੜਾ
ਸਲੂਕ ਕੀਤਾ ਗਿਆ, ਉਹਦੀ ਜਿਹੜੀ ਪ੍ਰਾਈਸ ਪਾਕਿਸਤਾਨ ਨੇ ਐਜ਼ ਅ ਕੌਮ ਔਰ ਐਜ਼ ਅ ਸਟੇਟ ਐਜ਼ ਅ ਮੁਲਕ ਦਿੱਤੀ ਹੈ ਔਰ ਦੇ ਰਹੀ ਹੈ, ਉਹ ਬਹੁਤ ਜ਼ਿਆਦਾ ਹੈ, ਲੇਕਿਨ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ। ਔਰ ਇਹੀ ਕੌਮਾਂ ਦੀ ਔਰ ਬਦਕਿਸਮਤੀ ਹੁੰਦੀ ਹੈ ਕਿ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚ ਰਿਹਾ ਹੁੰਦਾ ਹੈ, ਉਹ ਉਸ ਚੀਜ਼ ਦਾ ਇਦਰਾਕ ਹੀ ਨਹੀਂ ਕਰ ਸਕਦੇ ਔਰ ਕਿੱਥੇ ਦੇ ਕਿੱਥੇ ਗੱਲ ਪਹੁੰਚ ਜਾਂਦੇ ਹੈ। ਡਾਕਟਰ ਅਬਦੁਲ ਸਲਾਮ ਹੋਣ, ਸਰ ਜ਼ਫਰੁੱਲਾ ਖਾਨ ਸਾਹਿਬ ਹੋਣ ਜਾਂ ਦੂਸਰੇ ਜਿਹੜੇ ਹੋਣ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਵਿਅਕਤੀਗਤ ਰੱਖ ਸਕਦੀਆਂ। ਹੁਣ ਪੂਰਨ ਭਾਈ ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਮੈਂ ਦੇ ਦੇਣਾ। ਇਹ ਮੋਹਤਰਮ ਇਮਰਾਨ ਖਾਨ ਸਾਹਿਬ ਦੀ ਜਦੋਂ ਹੁਕੂਮਤ ਆਉਣ ਤੋਂ ਪਹਿਲੇ ਉਹਨਾਂ ਨੇ ਜ਼ਿਕਰ ਕੀਤਾ ਸੀ ਮੀਆਂ ਆਤਫ ਦਾ। ਯਕੀਨ ਕਰੋ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੀਆਂ ਆਤਫ ਕੌਣ ਹੈ, ਹਾਲਾਂਕਿ ਮੇਰਾ ਅਹਿਮਦੀ ਸੀ। ਔਰ ਮੈਂ ਉਮੀਦ ਰੱਖਣਾ ਕਿ ਉਹਨਾਂ ਨੂੰ ਵੀ ਕੋਈ ਨਹੀਂ ਪਤਾ ਹੋਣਾ। ਉਹਨਾਂ ਨੂੰ ਵੀ ਇੰਟਰਨੈਸ਼ਨਲ ਜਿਹੜੇ ਸਰਵੇ ਹੁੰਦੇ ਨੇ ਉਹਨਾਂ 'ਚ ਕੋਈ ਇਕਨੋਮਿਕਸ ਦਾ ਉਹਨਾਂ ਨੇ ਸਰਵੇ ਪੜ੍ਹਿਆ ਹੋਣਾ, ਉਹਦੇ 'ਚ ਉਹਨਾਂ ਨੂੰ ਕਿਤੇ ਨਾਂ ਲੱਭ ਗਿਆ ਤੇ ਉੱਤੋਂ ਲੱਭ ਗਿਆ ਪਾਕਿਸਤਾਨੀ। ਉਹਨਾਂ ਕਿਤੇ ਬੜਾ ਕੁਮਾਰ ਛੱਡੀ ਜੀ, ਮੈਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਟਾਪ 10 ਨੇ ਉਹਨਾਂ 'ਚੋਂ ਇਕੋਨੋਮਿਸਟ ਲਿਆਵਾਂਗਾ। ਉਹਨਾਂ ਇਹ ਆਗ ਛੱਡਿਆ ਦੇ ਪਿੱਛੋਂ ਮਤਲਬ ਕਿ ਕੰਮ ਸ਼ੁਰੂ ਹੋ ਗਿਆ ਤਹਿਕੀਕ ਦਾ ਕਿ ਕੌਣ ਹੈ ਜੀ, ਇਹਦਾ ਪਤਾ ਕਰੋ। ਉਹ ਪਤਾ ਲੱਗਾ ਵੀ ਇਹ ਜਮਾਤ ਅਹਿਮਦੀਆ ਦਾ ਹੈ। ਭਾਈ ਉੱਥੇ ਤਾਂ ਕਾਦੀਆਨੀ ਹੋ ਗਈ, ਇਸਰਾਈਲੀ ਏਜੰਟ ਹੋ ਗਈ। ਅਖੀਰ ਇਮਰਾਨ ਸਾਹਿਬ ਵਰਗਾ ਜਿਹੜਾ ਬੜਾ ਮਜ਼ਬੂਤ ਉਲ ਹਿਸਾਬ ਬੰਦਾ ਸਲਵਾਰ ਗਿੱਲੀ ਕਰ ਗਿਆ। ਇਕਾਨਮੀ ਜਾਂਦੀ ਜਾਵੇ, ਪਾਕਿਸਤਾਨ ਜਾਂਦਾ ਜਾਵੇ, ਆਤਮੀਆ ਕੋਈ ਫਾਇਦਾ ਨਹੀਂ ਲੈਣਾ। ਅਸੀਂ ਤਾਂ ਨਹੀਂ ਉਹਦਾ ਨਾਮ ਪੇਸ਼ ਕੀਤਾ ਕਿ ਸਾਡਾ ਅਹਿਮਦੀ ਹੈ ਤੇ ਇਹਨੂੰ ਰੱਖੋ। ਸੋ ਗੱਲ ਹੈ ਕਿ ਜਿਹੜੇ ਸਾਡੇ ਲੋਕ ਹੈਗੇ ਨੇ, ਇਹਨਾਂ ਦਾ ਜ਼ਿਆਦਾ ਇਹਨਾਂ ਨੇ ਨਾਮ ਕੱਢਿਆ ਮੁਖਾਲਫਤ ਵਿੱਚ। ਔਰ ਅਗਰ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ ਤੇ ਤੁਹਾਨੂੰ ਤਾਂ ਪਤਾ ਹੋਣਾ ਕਿ ਪਾਕਿਸਤਾਨ ਐਟਮਿਕ ਜਿਹੜਾ ਪ੍ਰੋਜੈਕਟ ਸੀ, ਇਹਦੀ ਬੁਨਿਆਦ ਕਦੋਂ ਰੱਖੀ ਗਈ ਔਰ ਇਹਦੀ ਬੁਨਿਆਦ ਰੱਖਣ 'ਚ ਇਹਦੀ ਸਰਬਰਾਹੀ ਕਿਹਨੂੰ ਸੌਂਪੀ ਗਈ ਸੀ ਔਰ ਕਿਹਦੇ ਦੌਰ 'ਚ। ਹੁਣ ਤੇ ਭੱਟੂ ਦੇ ਨਾਂ 'ਤੇ ਮਲਿੰਦਾ ਪਿਆ ਨਾ, ਤੇ ਅੱਗੋਂ ਮਤਲਬ ਕਿ ਇਹਨੂੰ ਜਿਹੜਾ ਚਲਾਇਆ ਉਹ ਨਵਾਜ਼ ਸ਼ਰੀਫ ਸਾਹਿਬ ਦੇ ਨਾਮ 'ਤੇ ਕ੍ਰੈਡਿਟ ਜਾਂਦਾ ਪਿਆ। ਲੇਕਿਨ ਅਸਲ ਬੁਨਿਆਦ ਦਾ ਤੇ ਅਗਰ ਤੁਸੀਂ ਹਿਸਟਰੀ ਪੜ੍ਹੀ ਤੁਹਾਨੂੰ ਪਤਾ ਹੋਣਾ। ਔਰ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੇ ਮੇਨ ਕਿਰਦਾਰ ਅਦਾ ਕੀਤਾ ਸੀ ਉਹਨਾਂ ਦਾ ਵੀ ਤੁਹਾਨੂੰ ਪਤਾ ਹੋਏਗਾ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਸਰ। ਤੇ ਫਿਰ ਅੱਜ ਹੁਣ ਡਾਕਟਰ ਕਦੀਰ ਦੇ ਮੁਕਾਬਲੇ ਤੇ ਬਿਲ ਮੁਕਾਬਲ ਡਾਕਟਰ ਸਲਾਮ ਸਾਹਿਬ ਨੂੰ ਜੋ ਅਹਿਸਾਨ ਫਰਾਮੋਸ਼ ਨੇਸ਼ਨ ਨੌਜ਼ ਬਿੱਲਾ ਗੱਦਾਰ ਕਵੇ ਤੇ ਫਿਰ ਖੁਦ ਫਰੇਬੀ ਹੈ ਨਾ, ਤੇ ਮੁੜ ਖੂਹ 'ਚ ਡਾਣਾ ਮੁੜ ਉੱਤੇ ਤੇ ਨਹੀਂ ਜਾਣਾ ਕੰਮ। ਨਹੀਂ ਮੀਆਂ ਸਾਹਿਬ, ਇੱਥੇ ਨਾ ਮੈਂ ਥੋੜੀ ਜਿਹੀ ਚੀਜ਼ ਕਹਿਣਾ ਚਾਹੁੰਦਾ। ਅਸਲ ਨੇਸ਼ਨ ਸਾਡੀ ਜਿਹੜੀ ਹੈ ਨਾ, ਉਹ ਸ਼ੁਰੂ ਤੋਂ ਹੀ ਬੇਵਕੂਫ ਬਣਾਉਂਦੀ ਆਈ ਹੈ ਆਵਾਮ ਨੂੰ। ਹੁਣ ਡਾਕਟਰ ਕਦੀਰ ਸਾਹਿਬ ਨੂੰ ਨਾ ਸਾਰੀ ਜ਼ਿੰਦਗੀ ਕਠਪੁਤਲੀ ਰੱਖਿਆ ਗਿਆ। ਈਵਨ ਕਿ ਡਾਕਟਰ ਕਦੀਰ ਸਾਹਿਬ ਨੂੰ ਤਾਂ ਪਤਾ ਹੀ ਨਾ, ਅੰਦਰ ਵੀ ਤੱਕ ਵੀ ਨਾ ਜਾਣ ਦਿੰਦੇ ਜ਼ਿਆਰਤ ਦੌਰ ਦੇ ਵਿੱਚ। ਤੇ ਈਵਨ ਕਿ 1999 ਦੇ ਵਿੱਚ ਜਿਹੜੇ ਚਾਗੀ ਦੇ ਮਕਾਮ ਤੇ ਮੁਸਲਮ ਨੇ ਪਹਿਲੀ ਦਫਾ ਅਫੀਸ਼ੀਅਲੀ ਨਿਊਕਲੀਅਰ ਟੈਸਟ ਕੀਤੇ ਆਣ ਨਾ, ਉਸ ਤੋਂ ਬਾਅਦ ਜਿਹੜਾ ਟਿਕਟ ਜਾਰੀ ਹੋਇਆ ਸੀ ਨਾ, ਰੇਲਵੇ ਟਿਕਟ, ਉਹ ਡਾਕਟਰ ਅਬਦੁਲ ਸਲਾਮ ਦੇ ਨਾਂ 'ਤੇ ਹੀ ਜਾਰੀ ਹੋਇਆ ਸੀ, ਕਦੀਰ ਸਾਹਿਬ ਦੇ ਨਾਂ 'ਤੇ ਨਹੀਂ ਹੋਇਆ। ਉਹ ਸਾਨੂੰ ਪਤਾ। ਲੇਕਿਨ ਗੱਲ ਇਹ, ਉਹਨਾਂ ਆਵਾਮ ਨੂੰ ਸ਼ੋਕਾਜ਼ ਕਰਨ ਵਾਸਤੇ ਖਿਦਮਾਤ ਡਾਕਟਰ ਅਬਦੁਲ ਸਲਾਮ ਦੀਆਂ ਲਈਆਂ ਨੇ, ਲੇਕਿਨ ਉਹਨਾਂ ਨੇ ਜਿਹੜਾ ਹਾਈਲਾਈਟ ਕੀਤਾ ਉਹ ਕਦੀਰ ਸਾਹਿਬ ਨੂੰ ਕੀਤਾ। ਉਹਦਾ ਪਿੱਛੇ ਦੋ ਕਾਰਨ ਹਨ। ਇੱਕ ਵਜ੍ਹਾ ਇਹ ਆ ਕਿ ਸਟੇਟ ਦੀ ਮਜਬੂਰੀ ਹੈ ਕਿ ਉਹ ਫਿਰ ਅਹਿਮਦੀ ਦਾ ਮਸਲਾ ਲੱਗੇਗਾ ਕਿ ਸਾਡਾ ਨਿਊਕਲੀਅਰ ਮਿਜ਼ਾਈਲ ਉੱਥੇ ਰੁਕ ਜਾਏਗਾ। ਤੇ ਦੂਜਾ ਸਟੇਟ ਹੈ ਕਿ ਸਟੇਟ ਕੋਲ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਉਹ ਆਵਾਮ ਨੂੰ ਸੱਚ ਤਾਂ ਦੱਸ ਸਕੇ ਨਾ। ਤੇ ਵਾਕਈ ਹੀ ਮੈਂ ਤੁਹਾਡੀ ਗੱਲ ਦੀ ਹਮਾਇਤ ਕਰਦਾ ਇਸੂ ਕਿ, ਲੇਕਿਨ ਇਹ ਹੈ ਕਿ ਸਟੇਟ ਨੇ ਟਿਕਟ ਜਿਹੜੇ ਨੇ ਉਹ ਡਾਕਟਰ ਅਬਦੁਲ ਸਲਾਮ ਦੇ ਨਾਂ 'ਤੇ ਜਾਰੀ ਕੀਤੇ ਨੇ। ਕਦੀਰ ਸਾਹਿਬ ਦੇ ਨਾਂ ਦਾ ਕੁਝ ਵੀ ਸਟੇਟ ਨੇ ਪ੍ਰੋਟੋਕੋਲ ਨਹੀਂ ਦਿੱਤਾ। ਕਦੀਰ ਸਾਹਿਬ ਦਾ ਦੇਵਣ ਅੱਜ ਈਰਾਨ ਤੇ ਲਿਬੀਆ ਵਾਲਾ ਮਸਲਾ ਨਾ ਨਿਕਲਦਾ ਤੇ ਮੁੜ ਤੇ ਉਹ ਇੱਕ ਕਿਸਮ ਦਾ ਮਕਸਦ ਮਰਤਬਾ ਪਤਾ ਨਹੀਂ ਜ਼ਿਲ੍ਹੇ ਕੁਝ ਨਿਕਲ ਆਉਂਦੇ। ਇਰਾਨ, ਲੀਬੀਆ ਤੇ ਨਾਰਥ ਕੋਰੀਆ ਦੇ ਵੀ ਨਾਲ ਨਾ ਲੈ ਲਓ, ਤਰੇ ਮੁਲਕ ਲਓ। ਕ੍ਰੈਡਿਟ ਘੱਟ ਨਾ ਦਿਓ ਕਦੀਰ ਸਾਹਿਬ ਨੂੰ। ਕਦੀਰ ਸਾਹਿਬ ਪੂਰੀ ਤਾਂ ਇਹੀ ਕਰਨ ਜੋਗੇ। ਇਹ ਉੱਥੋਂ ਜਰਮਨੀ ਤੋਂ ਕਿ ਬੈਲਜੀਅਮ ਤੋਂ ਵੀ ਇਹਨਾਂ ਇਹੀ ਕੀਤਾ ਤੇ ਇੱਥੇ ਵੀ ਇਹੀ ਕੀਤਾ। ਇਹ ਕਦੀਰ ਸਾਹਿਬ ਦਾ ਕ੍ਰੈਡਿਟ ਹੈ ਕਿ ਵਰਕੇ ਚੰਗੇ ਚੋਰੀ ਕਰ ਲੈਂਦੇ ਨੇ। ਇਹ ਹਾਲੈਂਡ ਚ ਹੈਗੇ ਸੀ। ਹਾਂ ਏਦਾਂ ਕਿਦਾਂ ਹੀ ਸੀ ਹਾਲੈਂਡ। ਉਹ ਸੱਚ ਮੈਂ ਉਹ ਤਾਹਿਰ ਸਾਹਿਬ ਨਾਲ ਮਤਲਬ ਤੁਸੀਂ ਜਿਹੜੇ ਗੱਲ ਕਰ ਰਹੇ ਸੀ ਉਹਦੇ ਹੀ ਮੈਂ ਇੱਕ ਬੜੀ ਤੁਹਾਡੇ ਅੱਗੇ ਬੜਾ ਇੰਟਰਸਟਿੰਗ ਪੁਆਇੰਟ ਰੱਖਣਾ, ਪਰ ਛੋਟੀ ਜਿਹੀ ਗੱਲ ਕਰਕੇ
ਕਿ 1191 ਦੇ ਵਿੱਚ ਨਾ ਸ਼ਹਾਬੂਦੀਨ ਗੌਰੀ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ ਤੇ ਹਿੰਦੁਸਤਾਨ ਦਾ ਪੰਜਾਬ ਦਾ ਰਾਜਾ ਸੀ ਪ੍ਰਿਥਵੀ ਰਾਜ ਚੌਹਾਨ। ਤਾਹਿਰ ਸਾਹਿਬ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਣਾ ਹੈ। ਤੇ ਜੀ ਉਹਨੇ ਸੁਣਿਆ ਪਹਿਲੀ ਜੀ। ਜੰਗ ਵਿੱਚ ਨਾ ਸ਼ਹਾਬੂਦੀਨ ਗੌਰੀ ਨੂੰ ਬੜੀ ਸ਼ਿਕਸਤ ਦਿੱਤੀ ਆਈ, ਬਸ ਮਰਿਆ ਨਾ ਲੇਕਿਨ ਸ਼ਿਕਸਤ ਬੜੀ ਬੁਰੀ ਦਿੱਤੀ ਆਈ। ਤੇ ਦੂਜੀ ਜੰਗ ਦੇ ਵਿੱਚ ਨਾ ਉਹ ਫਿਰ ਅਗਲੇ ਸਾਲ ਆਉਂਦਾ 92 ਦੇ ਵਿੱਚ, ਤਾਂ ਫਿਰ ਪ੍ਰਿਥਵੀ ਰਾਜ ਨੂੰ ਚੌਹਾਨ ਨੂੰ ਸ਼ਹਾਬੂਦੀਨ ਗੌਰੀ ਨਾਲ ਸ਼ਿਕਸਤ ਦੇ ਛੱਡਦਾ, ਕਿਉਂਕਿ ਉਹ ਜਿਹੜੇ ਆਪਸ ਵਿੱਚ ਸਲਤਨਤ ਦੇ ਰਾਜੇ ਹੁੰਦੇ ਨੇ ਉਹ ਲੜ ਛੱਡਣ ਤੇ ਪ੍ਰਿਥਵੀ ਰਾਜ ਕਮਜ਼ੋਰ ਹੋ ਗਿਆ ਹੁੰਦਾ ਹੈ। ਤੇ 1191 ਦੀ ਜਿਹੜੀ ਬੈਟਲ ਆਫ ਟਰਾਇਨ ਨੂੰ ਸੱਦਿਆ ਜਾਂਦਾ ਹੈ, ਉਹਦੇ 'ਤੇ ਮੈਂ ਨਾ ਆਰਟੀਕਲ ਲਿਖਿਆ ਪੰਜਾਬ ਯੂਨੀਵਰਸਿਟੀ ਵਿੱਚ। ਉਹਦੇ 'ਚ ਮੈਂ ਪ੍ਰਿਥਵੀ ਰਾਜ ਚੌਹਾਨ ਨੂੰ ਐਜ਼ ਏ ਹੀਰੋ ਸ਼ੋਅ ਕੀਤਾ ਔਰ ਆਪਣੀ ਕੌਮ ਦਾ ਖੈਰ ਖਵਾਹ ਤੇ ਮਸੀਹਾ ਕਿ ਇੱਕ ਫੌਰਨ ਹਮਲਾਵਰ ਨੂੰ ਡੱਕਣ ਵਾਸਤੇ ਉਸ ਆਪਣੀ ਜਾਨ ਤੱਕ ਦੇਣ ਤੋਂ ਵੀ ਗੁਰੇਜ਼ ਨਾ ਕੀਤਾ ਹੈ। ਤੇ ਉਹ ਉਸਤਾਦ ਜੀ ਮੇਰਾ ਇਹ 5 ਬੰਦਿਆਂ ਦੀ ਹੁੰਦੀ ਹੈ ਐਡਵਾਈਜ਼ਰੀ ਕੌਂਸਲ, ਜਿਹੜਾ ਟਾਈਟਲ ਇੰਪਰੂਵ ਕਰਦੀ ਹੈ ਤੇ ਅੱਗੇ ਆਰਟੀਕਲ ਪਬਲਿਸ਼ ਹੋਣ ਵਾਸਤੇ ਬਾਅਦ ਵਿੱਚ ਜਾਂਦਾ ਹੈ, ਫਿਰ ਉੱਥੇ ਰਿਵਿਊ ਹੁੰਦੇ ਨੇ। ਉਹਨਾਂ ਮੇਰਾ ਉੱਥੇ ਹੀ ਆਰਟੀਕਲ ਰਿਜੈਕਟ ਕਰ ਦਿੱਤਾ ਕਿ ਮੈਂ ਸ਼ਹਾਬੂਦੀਨ ਗੌਰੀ ਨੂੰ ਯਾਨੀ ਕਿ ਇੱਕ ਨੌਨ ਮੁਸਲਿਮ ਨੂੰ ਹੀਰੋ ਕਿਉਂ ਸ਼ੋਅ ਕਰ ਰਿਹਾ, ਸੌਰੀ ਪ੍ਰਿਥਵੀ ਰਾਜ ਚੌਹਾਨ ਨੂੰ ਹੀਰੋ ਕਿਉਂ ਸ਼ੋਅ ਕਰ ਰਿਹਾ। ਯਾਨੀ ਕਹਿਣ ਦਾ ਮਤਲਬ ਹੈ ਕਿ ਮੈਂ ਤਾਂ ਉਹਨੂੰ ਇੱਕ ਪੰਜਾਬੀ ਜਾਂ ਆਪਣੇ ਖਿੱਤੇ ਦਾ ਸਮਝ ਕੇ ਉਹਦਾ ਪ੍ਰਚਾਰ ਕਰਨਾ ਚਾਹੀਦਾ ਸੀ ਕਿ ਮੇਰੇ ਖਿੱਤੇ ਨੇ ਇੰਨੇ ਸੁਰਮਾ ਔਰ ਇੰਨੇ ਅੱਛੇ ਲੋਕ ਪੈਦਾ ਕੀਤੇ ਜਿਹੜੇ ਆਪਣੀ ਧਰਤੀ ਵਾਸਤੇ ਆਪਣੇ ਲੋਕਾਂ ਵਾਸਤੇ ਜਾਨ ਦੇ ਸਕਦੇ ਨੇ। ਫਿਰ ਅਸੀਂ ਰੋਂਦੇ ਹਾਂ ਕਿ ਸਾਡੇ ਭਗਤ ਸਿੰਘ ਨੂੰ ਜਾਂ ਸਾਡੇ ਜਿੰਨੇ ਵੀ ਹਨ ਜਿਹੜੇ ਇੱਥੇ ਪੰਜਾਬੀ ਹਨ, ਚਾਹੇ ਉਹਨਾਂ ਦਾ ਜੋ ਵੀ ਕੰਟਰੀਬਿਊਸ਼ਨ ਹੈ ਸਾਡੇ ਸਿਲੇਬਸ ਵਿੱਚ ਹਿੱਸਾ ਨਹੀਂ ਬਣਾਇਆ ਜਾਂਦਾ। ਅਸੀਂ ਇਸ ਗੱਲ ਦਾ ਨਾ ਰੋਣਾ ਪਿੱਟਦੇ ਹਾਂ। ਲੇਕਿਨ ਉਹ ਹੁਣ ਜਦੋਂ ਮੈਂ ਤੁਹਾਡੇ ਰੋਣੇ ਸੁਣਨਾ ਕਿ ਤੁਸੀਂ ਮੁਸਲਮਾਨ ਹੋ ਕੇ ਔਰ ਤੁਹਾਡੇ ਬੰਦਿਆਂ ਦੀ ਖਿਦਮਤ ਵੀ ਕਿਤਾਬਾਂ ਜਦੋਂ ਨਹੀਂ ਲਿਖੀਆਂ ਜਾਂਦੀਆਂ, ਤੇ ਸਾਡਾ ਰੋਣਾ ਜਿਹੜਾ ਨਾ ਉਹ ਥੋੜ੍ਹਾ ਛੋਟਾ ਹੋ ਜਾਂਦਾ ਕਿ ਚੱਲ ਯਾਰ ਅਸੀਂ ਤਾਂ ਉਂਝ ਹੀ ਦੂਰ ਆ, ਜਿਹੜੇ ਨੇੜੇ ਹਨ ਉਹ ਵਿਚਾਰੇ ਵੀ ਉਹ ਰੋਂਦੇ ਨੇ ਕਿ ਸਾਡਾ ਵੀ ਨਾਂ ਲਿਖ ਲਓ, ਅਸੀਂ ਸਾਡੇ ਬੰਦਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਤੇ ਖਿਦਮਤਾਂ ਕੀਤੀਆਂ ਨੇ। ਤਾਂ ਉਹ ਮੈਂ ਤੁਹਾਡੀ ਗੱਲ ਸੁਣ ਕੇ ਨਾ ਨਤੀਜਾ ਅਖਜ਼ ਕੀਤਾ। जी थैंक यू पोरस भट्टी भाई, जज़ाकल्लाह, शुक्रिया, अल्लाह खुश रखे तुम जी। जवाद भाई वेलकम, अस्सलाम वालेकुम रहमतुल्लाह। जी अस्सलाम वालेकुम रहमतुल्लाह, सबको मेरी तरफ से अस्सलाम वालेकुम। वालेकुम अस्सलाम रहमतुल्लाह। मैं सुन रहा था काफ़ी देर से, थोड़ा सा बिजी भी था, लेकिन मैंने कहा चले मैं थोड़ा सा ऐड कर देता हूँ। जो ये मियाँ साहब एक बात कर रहे थे नीचे, ताहिर भाई ने भी बड़ा अच्छा ऐड किया है। मैं अक्सर ये बड़ा मेरे इंटरेस्ट का सब्जेक्ट है कि इस्लामिक जो वर्ड है उसके अंदर से साइंटिस्ट क्यों नहीं आए, या उन्होंने क्यों नहीं कंट्रीब्यूशन दी टूवर्ड्स ह्यूमैनिटी और साइंस। और बड़े चंद लोगों के नाम आते हैं, लेकिन उसके बावजूद हम बड़े मतलब कॉन्फिडेंटली, या जब आर्गूमेंट होता है तो वो पुराने एरा जो इस्लामिक मेडिवल एरा है उसके कुछ साइंटिस्ट का नाम लेते हैं जिन्होंने अलजेब्रा, केमिस्ट्री और एस्ट्रोनॉमी में नाम पैदा किया। मतलब वो भी सारे के सारे 1600 से पहले। मॉडर्न दौर में हमें कोई भी नहीं मिलता, और ना अभी तक हमें नज़र आता है कि हम कुछ कर पाएंगे। मुझे हमेशा से लगता है, और मैंने इसके ऊपर काफ़ी पढ़ने की भी कोशिश की और बहुत सारे आर्टिकल भी पढ़े, कि जो आपका कोर बिलीव है वो बेसिकली आपकी ज़िंदगी और आपकी डायरेक्शन के ऊपर बड़ा असरअंदाज होता है। जो भी आपके कोर बिलीव्स होंगे, जैसे अभी इन्होंने एक बात की कि मैंने एक साइंटिफिक पेपर लिखना था और मैं नहीं लिख सका क्योंकि उस पेपर के अंदर मुझे एक नॉन मुस्लिम को हीरो शो करना था। अब देखें, पाकिस्तान जितने भी मुस्लिम वर्ल्ड है उसके अंदर 1800 यूनिवर्सिटीज़ हैं और मुश्किल से 400 साइंटिफिक पेपर्स निकलते हैं, जबकि यूएस के अंदर 5000 यूनिवर्सिटीज़ हैं और 40,000 से ज़्यादा साइंटिफिक पेपर 5 साल में निकलते हैं। अब आप देखें कि जितने भी, जैसे डॉक्टर अब्दुल सलाम है और जितने भी, ये भी टेस्ला में एक बैटरी पे काम हुआ, वो भी एक मुसलमान साइंटिस्ट था। इस्माइलियों में साइंटिस्ट है। आप देखें, अगर आप लिस्ट बनाएं कि ये जो साइंटिस्ट सामने आए भी हैं, ये सारे के सारे वो हैं जिनके बुनियादी जो कोर बिलीव्स हैं उनके अंदर एक मॉडरेशन और असेसिबिलिटी थी। मतलब आप जो एक आम पाकिस्तान के अंदर जो साइंस पे काम करने वाले हैं उसका जो कोर बिलीव है वो उससे कभी भी नहीं हटेगा, और वो जो कोर बिलीव हैं वो अपॉर्चुनिटीज़ भी नहीं आने देंगे। वो भी रुकावट बनेगी एक फ्री थिंकर के तौर पे या एक नॉर्मल मोड पे सोचने के हवाले से। एडिसन जिसने दुनिया के अंधेरों को उजाले में बदल दिया, आप देखें कि वो भी उस दौर में था जो बड़ा पस्त दौर था, कोई बड़ा मॉडर्न दौर नहीं था। लेकिन क्या है कि उस माशरे में वो जो लोग थे, उनके जो बिलीव्स थे वो इतने रिलीजियस नहीं थे। इसीलिए जो एथिस्ट हैं वो हमेशा से कहते हैं कि जो रिलीजन है वो बहुत बड़ा हर्डल है। मेरे ख्याल में रिलीजन के अंदर जो कोर बिलीव्स हैं
وہ بہت بڑے ہرڈل ہے. اگر آپ اپنے بنیادی عقائد ٹھیک کر لیں تو اب بہت سی پروگریس ہو سکے گی. ہم دیکھیں اگر میں ایک مسلمان ہوں اور میں ایک مسلم معاشرے میں بڑا ہوا ہوں, اگر میرے بنیادی عقائد کے اندر ہی ایسے ہے کہ انسان ایک مٹی کے پتلے سے بنا, آسمان پہ گھوڑے اڑتے ہیں اور سمندر کے اندر سے براتیں نکلتی ہیں, تو میری ڈائریکشن کیا ہو سکتی ہے؟ میرا نہیں خیال کہ یونیورسٹیز کے اندر, مسلم اسلامک یونیورسٹیز کے اندر اور اسلامک معاشرے کے اندر کبھی بھی یہ چیز پروگریس کر سکے گی انلیس کوئی بڑا ماڈرن ذہن اور بڑا ریلیکسڈ ہو کے اپنے ریلیجن کو سائڈ پہ رکھ کے سوچے. لیکن جماعت احمدیہ کی یہ خوبصورتی ہے کہ ود ان دا ریلیجنس ایک ریشنلٹی اور ریشنل مائنڈ کریٹ کرتا ہے, اور ریشنل مائنڈ جب بنتا ہے تو پھر آٹومیٹکلی آپ سائنس اور دنیا کے شعبوں میں آگے جاتے ہیں. تو میں یہ بھٹی صاحب نے جو بات کی تھی نا ابھی پیپر والی, کہ مجھے یہ پرابلم آئی تھی, میرا اس میں یہ انپٹ ہے کہ وہ اس کا تعلق آپ کے جو بنیادی اور کور بلیوز ہیں ان کے ساتھ ہمیشہ سے رہا ہے. جزاک اللہ. جی جواد بھائی, میں آپ کی بات کی بالکل تصدیق کرتا ہوں, اور میں باقاعدہ تصدیق کے ساتھ آپ کو ایک حوالہ جات بھی دیتا ہوں کہ وہ مجھے آپ کا میں شکریہ کہ آپ نے مجھے وہ یاد دلوایا. بالکل ہمارے جو کور بلیو ہے نا اس کے اندر اگر احمدیہ ریشنلٹی رکھتی ہے تو مجھے بہت خوشی کی بات ہے. ہمارے جو کور بلیو ہیں ان کا تبدیل ہونا بہت ضروری ہے. جس طرح آپ نے بتایا نا کہ مڈل ایجز میں مسلم گولڈن ایج تھا عباسیہ دور کے اندر, اگر میں نام لوں نا جابر بن حیان کا, ابو علی سینا کا, الکندی کا, آج ہم مسلمان پراؤڈ کرتے ہیں کہ ہم نے سائنس میں بڑا کنٹریبیوشن کیا ہے. تو بڑی فیمس کتاب ہے پرویز اود بھائی کی, مسلم سائنٹسٹ, 5 بڑے لوگ تسی کیڑے پاسے ٹر پائے ہو, خیر ہی کرے اللہ میاں. ان لوگوں کو اس وقت کافروں کے فتوے ملے ہیں. جن سائنٹسٹ پر ہم پراؤڈ کرتے ہیں, ان کو اس دور میں ان کی جو موت ہوئی ہے نا صاحب کی, اب آپ گوگل پر لکھ لینا ان صاحب کی ڈیتھ کیسی ہوئی ہے, کسی کو کوڑے مار کے, کسی کو کچھ کر کے, کسی کو جیل میں باندھ کر کے, اور آج ہم ان پر پراؤڈ کرتے ہیں. تو اس وقت ہم ان کو بڑے بدعتی اور اسلام دشمن کہتے ہوتے تھے. تو خیر باقی جہاں تک تعلق, خیر لیکن یہ ٹاپک طاہر صاحب کسی اور پاس سے ٹر جانا ہے. جی بھائی بہت شکریہ, آپ صحیح کہہ رہے ہیں. جی میاں جی, میں تھوڑا سا رسپانس کرنا چاہتا ہوں. جی دیکھیں جی کرو. ابو علی سینا ایک نام ہے, لیکن ان کا تعلق اسماعیلی طریقہ یا اسماعیلی فرقے سے تھا, اور ان کے دور میں ریسٹ از ہسٹری, ان کے ساتھ کس قسم کی ڈسکرمنیشن کی گئی. اور جو عام طور پر میاں پورس صاحب اور دوسرے جو جانتے ہیں ابن رشد, جن کے فلسفے پر ایک یورپ نے ایک گائیڈنس لی اور ایک انقلاب برپا ہوا, اس کا موجد اور اس کا محرک اور ایک انیشیٹر ابن رشد کو کہا جاتا ہے. ان کے کو جو مسلمانوں نے کیا, اور پورس صاحب یا دوسرے جو صاحب علم جن کو ہو, ان کو مسجد میں کھڑا کر کے تمام نمازیوں کو کہا گیا کہ اس کا دماغ خراب ہو گیا, اس کے سر میں اس کی کتابیں مارو. اور اس طرح ان کو جس بدترین رویے کا سامنا کرنا پڑا وہ قابل عبرت ہے. تو ایک چیز سامنے آتی ہے کہ کوئی بھی سوسائٹی ہو, آپ جس چیز کو پروموٹ کرتے ہیں, ایک کلچر بناتے ہیں, پھر اس میں سے نتائج نکلتے ہیں. تو یہ میں پورس صاحب کی بات کی میں کو آگے بڑھاتا ہوں. یہ بڑی دردناک کہانی ہے, لیکن biggest room in the world is room for improvement. We cannot undo yesterday, but we can learn from it. اور ہم جب ان سوسائٹیز میں رہتے ہیں, جیسے جواد صاحب ہیں یا دوسرے ہیں, یا کینیڈا میں, امریکہ میں, یورپ میں رہتے ہوئے, یہ احساس ہی نہیں ہوتا کہ کوئی شیعہ ہے, سنی ہے, مسلمان ہے. کاش کہ یہ ہمارے وطن میں بھی ہو جائے. جزاک اللہ. اچھا معذرت, میں نا تھوڑا سا نا اب ادھر کنٹریبیوٹ کیے بغیر نا رہ نہیں سکتا, کیونکہ میں ایک لنک تھوڑا سا جنریٹ کرنا چاہتا ہوں تاکہ ہو سکتا ہے میرے بھائیوں کو
یا تو میری توسیع کر دیں گے یا پھر ان کی معلومات میں نا اضافہ ہوگا۔ در حقیقت کبھی بھی سائنس کو یا کسی طرح کی ایجادات کو یا پھر کسی طرح کے بھی علوم کو کبھی بھی کسی ایک مذہب کے ساتھ مختص کیا ہی نہیں جاتا۔ ہر مذہب اس میں اپنا تھوڑا بہت کنٹریبیوٹ کرتا ہے جب وہ پاور میں آتا ہے۔ ہمیں اور ہر کسی کو بچے کو پتہ ہے کہ یونان نے سب سے پہلے فلسفہ یا دنیا کے تمام علوم کا اگر آغاز ہمیں واضح طور پر نظر آتا ہے نا، بڑے بڑے اسکول بنے، بحث مباحثے ہوئے کہ یعنی جس کے اندر بات ہوئی کہ اگر خدا بھی ہے تو کہاں ہے، یعنی کہ ہر طرح کی فیلڈ کے اوپر بات ہوئی، تو ہمیں نظر آتا ہے کہ یونان نے سب سے پہلے گریس کے اندر یہ اس طرح کے کویسچن آنسر شروع ہوا، جس سے دنیا کے اندر ایک بڑی تبدیلی آئی کہ لوگوں نے کہا کہ قانون کیسا ہونا چاہیے، پولیٹیکل سائنس نے جنم لیا، ہر چیز فیلڈ نے لیا۔ ہمیں نظر آتا ہے سوکریٹس کا، پلاٹو کا، افلاطون کے فلسفے جو کہ مارکیٹ میں ہے۔ اس کے بعد جب 325 عیسوی میں یورپ کا جو ہے وہ عیسائیت قبول کر لیتا ہے، اور پھر 595 عیسوی میں جب عیسائیت دو حصوں میں تقسیم ہو جاتی ہے، ایک طرف کنسٹنٹائنوپل امپائر کیپٹل بن جاتا ہے، دوسری طرف بازنطائن امپائر جو ہے جس کو یہ آپ کہہ رہے ہیں روم کیپٹل بن جاتا ہے، یعنی کہ روم اور کنسٹنٹائنوپل جو ترکی ہے یہ آپس میں لڑنا شروع ہو جاتے ہیں۔ تو یہ تقریباً 1200 سال کا پیریڈ ہے جو کہ مذہبی جنگوں کے اندر رہتا ہے۔ پھر اس کے بعد مسلمانوں کو جب موقع ملتا ہے، کیونکہ اسی درمیان اسلام جو ہے وہ بڑا پھلتا پھولتا ہے۔ انبیاء کے دور میں اسلام جو ہے وہ پورے عرب کانٹیننٹ کے ساتھ ساتھ ادھر ایشیا میں ہماری طرف آتا ہے اور یورپ کی طرف بھی آ جاتا ہے۔ پھر عباسیہ دور میں ہمیں واضح نظر آتا ہے کہ اسلام نے تو ایک سپر پاور، بہت بڑی طاقت کے طور پر سامنے آتا ہے۔ پھر ہم جس علاقے میں جاتے تھے کہ وہاں کی لائبریریاں بھی ہمارے یہاں قبضے میں آتی تھی، جس طرح اب طاہر صاحب نے مختص نام لیا ابن رشد کا، تو میں اس کے گرد ہی اپنی بات کروں گا۔ اب ابن رشد نے کیا کیا، ابن رشد کی آج بھی آپ لکھیں نا گوگل کے اوپر ابن رشد فیمس بکس، تو وہ جو پلاٹو اور ارسطوٹل کی کتابیں جو کہ لیٹن زبان میں لکھی ہوئی تھی، انہوں نے ان کو عربی ٹرانسلیٹ کیا اور پھر ان کے فلسفے کو مزید پروموٹ کیا۔ یعنی کہ میں ایک لنک جنریٹ کر رہا ہوں، وہ جو سائنس اور جو انوویشن اور آئیڈیاز رک گئے تھے عیسائیت کے اندر، 1000 سال بند رہتے، وہ دوبارہ مسلمانوں نے ان کا آغاز کیا، ان کو آگے بوسٹ کیا۔ اچھا، یہاں پر ایک اور میں پوائنٹ دوں گا، آپ لوگوں نے تحقیق کرنی ہے اور میرے نالج میں اضافہ کرنا ہے۔ میرا یہ ذاتی نظریہ ہے کہ جو نا علاقہ یا خطہ یہ بڑا میٹر کرتا ہے آپ لوگوں انسان کو بدلنے میں۔ جس طرح کہ ڈاکٹر عبدالسلام ہے، یہ صرف میں ایک ایگزامپل دے کے واپس جا رہا ہوں بات پر، یعنی کہ انہوں نے اتنا بڑا نوبل پرائز اور اتنا بڑا ایک کارنامہ انجام کیا، لیکن جو ان کی ساری پرورش یا انہوں نے جو سارا انوائرمنٹ لیا ہے نا، ان کی سکولنگ، ایجوکیشن، وہ ساری کی ساری یورپین سے ہے، کیونکہ یورپین نے رینیسانس موومنٹ شروع کی تھی۔ اب میں اگر صرف ایک اور بندے کا نام لوں، ابن خلدون، ہر دوسرے بندے کو پتہ ہے کہ عمران یا سوشل سائنس کے بانی ہیں ابن خلدون ہے۔ اب ابن خلدون ایک مسلمان سائنٹسٹ ہے، لیکن ساری زندگی ان کی اسپین میں گزری ہے۔ اس طرح کے ہمارے جتنے بھی میجورٹی مسلمان سائنٹسٹ ہیں نا، ان کی ایجوکیشن یورپ سے ہی ہے۔ تو بہرحال ہم یہ لبرل تھوڑا بہت دعویٰ کرتے ہیں کہ یورپ ایک ایسا خطہ تھا جس نے جو شروع میں اگر ہم دیکھیں جو میں نے بات کی گریک یا یونان کی، تو وہ بھی اس کے اندر ہی آتا ہے۔ یعنی کہ ہمارے یہاں وہ خطہ بڑا میٹر کرتا ہے کہ وہ خطہ ایک اسپیشل ہے، اس کے اندر چاہے کوئی مسلمان جائے گا، چاہے یہودی جائے گا، چاہے عیسائی جائے گا، اور وہ اپنے آپ کو اگر پالش کرے، وہ کچھ نہ کچھ اس ورلڈ میں کنٹریبیوٹ کر سکتا ہے۔ یعنی کہ میں سمپل ورڈ میں آخری اسٹیٹمنٹ میں یہ کہنا چاہ رہا ہوں کہ اس سے کوئی مذہب کے ساتھ کنیکٹ کرنا کہ ہم مسلمانوں نے کیا، ان نے کیا، یہ نہیں ہے، بلکہ وہ خاص خطہ ہے، اس کے ساتھ جو بھی جڑ جائے گا وہ کچھ نہ کچھ کنٹریبیوٹ کرے گا۔ یہ میرا مقدمہ ہے۔ جی میں تھوڑی سی بات کہنا چاہوں گا، اگر ایک منٹ۔ تو جی انہوں نے کہا راجی کہ بھائی جی جزاک اللہ۔ تو دیکھیں آپ نے ایک بات رکھی، دیکھیں جو گریٹسٹ مائنڈ جس کو کہا جاتا ہے obviously آئنسٹائن ہے۔ آئنسٹائن سے سائنس از بلائنڈ وداؤٹ ریلیجن، تو ہم اس پہ اگری فائٹ نہیں کریں گے کہ کون سا ریلیجن ہے، سب ریلیجن ہو سکتے ہیں۔ لیکن ان کی ایک تھیوری تھی، سوری مجھے سانس چڑھا ہوا تھوڑا اصل میں تھا، سو ان کی ایک تھیوری تھی جو وہ ریزالو نہیں کر سکے۔ اس نے بولا فیوچر میں کوئی اس کو ریزالو کرے گا۔ ڈاکٹر عبدالسلام نے وہ تھیوری ریزالو کری اور انہوں نے بولا یہ تھیوری ہمیں قرآن سے ملی ہے۔ تو اس طرح یہ ریلیجن سے کنیکٹ ہوتی ہے۔ اگر ایک تھیوری کا سپورٹ ہی وہ انسان کہہ رہا ہے قرآن کریم میں، تو آپ اسے ریلیجن سے الگ نہیں کر سکتے۔ جزاک اللہ۔
राशिद भाई, ये बात ना पहले मियाँ साहब से भी एक दफ़ा मेरी हो चुकी है। पहली बात ये है कि मैं किसी के ऊपर कोई फतवा देने वाला बंदा नहीं हूँ, लेकिन मेरे लिए ये बात टोटली ही हैरान कुन है, क्योंकि कुरान पाक कभी भी साइंस की किताब है ही नहीं। अगर कोई ये बंदा कहता है ना, मेरे ख्याल से वो कुरान पाक के ऊपर बुहतान बांधता है। कुरान अच्छा, पाक तो निशानियों पुराने की क्रीम में और वाटर साइकिल नहीं है मेरे भाई? पुराने क्रीम में हमने वाटर साइकिल नहीं देखा सुबह बकरा में? ताहिर साहब तुसी बोलो, क्योंकि फिर काम खराब हो जाना है भाई। नहीं नहीं, आप बोले मेरे भाई, इसमें झगड़ा थोड़ी है। भाई मतलब कि आप चाह रहे हैं कि कुरान पाक साइंस की किताब है? मैं कह रहा हूँ कुरान करीम एक ऐसी बुक ऑफ विजडम है जिसमें साइंस के बारे में भी 700 से ज्यादा वर्सेस है कुरान में साइंस के बारे में, भाई तुम्हारी वो इंसानी जिंदगी के बारे में साइंस सब नहीं, कुछ है। वो साइन कंप्लीट है, नो, साइन। साइन होता है साइन है ना, तो निशानियाँ। साइन किस तरफ ले जा रहा है? साइंस की तरफ ले जा रहा है ना। मैंने अभी आपको बताया एक बंदे ने एक थ्योरी, जो स्मार्टेस्ट पर्सन ऑन द प्लैनेट एवर टू लिव, आइंस्टाइन, ही से आई कुडंट रिजॉल्व इट, मैं रिजॉल्व नहीं कर सका, फ्यूचर में कोई करेगा। एक इंसान आके करता है और कहता है मैंने कुरान करीम से करी, और आप फिर भी बोलने का नहीं जी ये हो ही नहीं सकता। हैज दैट इवन पॉसिबल? मतलब आप कई डिनाइल वाली बात कर रहे हैं ना। जज़ाकल्लाह। जी राशिद भाई, मैं वही कह रहा हूँ, मैं तो 100% डिनाई कर रहा हूँ, क्योंकि मैंने भी कुरान पाक को थोड़ा बहुत स्टडी किया है। कुरान पाक साइंस की किताब नहीं है, ये सिर्फ तारीख़ और साइन की किताब है कि इसके अंदर निशानियाँ, क्लू मौजूद हैं जो कि इंसान की ज़िंदगी के या इंसान को मुख्तलिफ स्टेप दे सकते हैं। अगर कुरान पाक मतलब कि मैं यार इस तरह पता क्या होता है, इस तरह ये ब्रॉड और टोटली चेंज चली जाएगी। मैं आपको सिंपल एक हिंट देता हूँ, आप तहकीक करना, आपको बात समझ आएगी। कोई भी दुनिया में अगर कोई चीज़ इन्वेंट या डिस्कवर हुई है ना, उसके बाद हमको कुरान में मिली है। उसके इन्वेंट और डिस्कवर होने से पहले किसी को भी कुरान में वो नहीं मिली। ये चीज़, ये बहुत बड़ा क्लू है अगर आप सोचें तो। नहीं, आप गलत बात कर रहे हैं ना। वो इंसान ने थ्योरी की, दुनिया ने एक्सेप्ट किया कि ये थ्योरी 100% बन गया फैक्ट, ठीक है ना। और अब वो इंसान कह रहा है कि उससे पूछा गया कहाँ से मिली, उसने बोला मैंने कुरान करीम से ली। फिर भी आप डिनाई कर रहे हैं यार, ये तो अजीब सी बात है ना। जिस अगर आप जाके थॉमस एडिसन को बोले नहीं तूने बल्ब नहीं बनाया, तेरी थ्योरी गलत थी, तो डिनायल ही है ना, क्योंकि बल्ब तो जलता है। उनकी थ्योरी दुनिया यूज कर रही है, तो ये तो डिनायल है ना। ये आप पता नहीं ऐसा क्यों कह रहे हैं, हम तो बड़े समझदार भाई है। मैं समझदार हूँ तो इसलिए तो इस टॉपिक पे बात नहीं ना करना चाहता, क्योंकि फिर आपने 2 मिनट में ही कहना है ये आप कैसी बातें कर रहे हैं। चलो ठीक है, कोई नहीं मसला, छोड़ें इस बात। मैं इसमें थोड़ा सा अस्सलाम वालेकुम, मैं ऐड कर जी सकता हूँ? जी जवाब भाई। जो ये मियाँ साहब ने एक बात की थी ना कि रिलीजन का कोई ताल्लुक नहीं है, मुझे लगता है कि रिलीजन का बड़ा गहरा ताल्लुक है हमारी सोसाइटी, हमारी सोच। क्योंकि जो साइंस जिन लोगों को रिक्रूट करती है या एक पूल क्रिएट होता है एक लॉजिकल या रैशनल माइंड्स का, वो ही प्रोडक्टिव होते हैं। अगर माशरे के अंदर वो जहन ही नहीं होंगे जो रैशनल सोचें या लॉजिकल सोचें, या उनकी तबीयत के अंदर वो रैशनैलिटी नहीं होगी, तो वो कभी भी उस पूल ऑफ पीपल से या उस माशरे से उस तरह के लोग नहीं निकल पाएंगे जो साइंस में या सोसाइटी में तरक्की करें। सो मैं वो थोड़ा सा मियाँ साहब की इस बात से डिफ़र करूँगा कि जितने भी साइंटिस्ट आप ये इन्होंने खल्दूम और इनका जिक्र किया है, वो सारे के सारे 1600 से पहले के हैं, जब इस्लाम इन ट्रू सेंस रैशनल था। उसके अंदर कोई इस तरह की प्रॉब्लम्स और मसले नहीं थे जो आज हैं। और देखें उस दौर के बाद मुस्लिम वर्ल्ड में से साइंटिस्ट निकले भी बहुत कम हैं, और जो निकले हैं वो वही निकले हैं जिनके जहन जो थे वो बड़े नॉर्मल और रैशनल जहन थे। जी जज़ाकल्लाह। ये सो मैं हमेशा से लिंक करता हूँ बिलीव्स को नॉर्मल साइंस और जो सोसाइटी है। हाँ जी मियाँ साहब जी, सो गए हो? नहीं मैं जागदा पे, मैं तो इलम दी मकसद है कि रोशनियाँ कमकियाँ तो रोशनी लै रहे हैं अपने हिस्से दी। नहीं इस बड़ी ਲਈ गल। ਇਸ ਲਈ ਤਾਂ ਮੈਂ ਖਾਮੋਸ਼ ਹੁਣਾ, ਜਿੱਦਾਂ ਰੋਸ਼ਨੀ ਮੇਰੇ ਲਈ ਆ ਰਹੀ ਹੋਵੇ ਨਾ, ਮੈਂ ਸਿਰਫ ਉਹਨੂੰ ਜਜ਼ਬ ਕਰਨ ਦੀ ਪੋਜੀਸ਼ਨ ਵਿੱਚ ਹੁਣਾ। हाँ जी, इस तरह ही ज़ाहिर गल, जिथे साडा इलम कमज़ोर हो जाए असीं भी उत्थे चुप ही कर जी मियाँ साहब। फिर अगे गल एवें ढंडोरा पीटदे रहिए, तुहाडे शकीरत दा फायदा कोई नहीं मियाँ साहब। जज़ाक अल्लाह, कोई मसला नहीं। देखो पुरस भाई,
ਹਰ ਗੱਲ ਨੂੰ ਨਾ ਜ਼ਰਾ ਅਗਰ ਕੋਈ ਕਰ ਰਿਹਾ ਨਾ, ਤੁਸੀਂ ਵੀ ਕਰ ਰਹੇ ਹੋ ਤਾਂ ਕਿਸੇ ਬੇਸ ਤੇ ਕਰ ਰਹੇ ਹੋ। ਹਰ ਇੱਕ ਨੂੰ ਉਹਦੇ ਤੇ ਵੀ ਗੌਰ ਕਰਨਾ ਚਾਹੀਦਾ, ਔਰ ਜਿਹੜਾ ਦੂਸਰਾ ਬੰਦਾ ਗੱਲ ਕਰ ਰਿਹਾ ਉਹਨੂੰ ਵੀ ਠੰਡੇ ਦਿਲ ਨਾਲ ਨਿਊਟਰਲ ਹੋ ਕੇ ਉਹਦੇ ਤੇ ਵੀ ਗੌਰ ਕਰਕੇ ਦੇਖੋ। ਗੱਲ ਇਹ ਹੁੰਦੀ ਹੈ ਕਿ ਜਦੋਂ ਕਿਸੇ ਦੀ ਮੱਝ ਖੜੀ ਵੰਜੇ ना, अगर किसी की भैंस चोरी हो जाए ना, तो पहले ज़माने में खोजी होते थे, खोज लगाते थे क्लू से। तो बात जहाँ तक पुरस भाई राशिद भाई ने की है या जवाद भाई ने की है, तो उन्होंने वही एग्जांपल दी है कि अल्लाह ताला ने कोई टाइपराइटर बना के नहीं दिखाया, या कुरान में उसकी कोई थ्योरी नहीं दी, या किसी और ऐसी ईजाद की। अल्लाह ताला ने सिर्फ एक हिंट दिया कि भाई ये ऐसे भी हो सकता है। आगे डिस्कवर करने वाले ने उसे डिकोड किया, तो सब कुछ पॉसिबल है ना। इस लाइन पे भी सोचिएगा। अच्छा जी, डब्ल्यू अहमद साहब पहले भी तशरीफ़ लाए थे एक दफ़ा। जवाद भाई ज़रा एक मिनट, सॉरी, तो दोबारा तशरीफ़ लाए हैं जी। तो ये डब्ल्यू अहमद साहब, वेलकम। अस्सलाम वालेकुम वरहमतुल्लाहि वबरकातुहू। वालेकुम अस्सलाम रहमतुल्लाहि वबरकातुहू। मैं अक्सर आपकी ब्रॉड पे आता हूँ, लेकिन मैं नीचे बैठा सुनता रहता हूँ। माशाल्लाह बहुत अच्छी है, बहुत इन्फॉर्मेटिव बातें मिलती हैं सुनने को। अल्लाह ताला आप सबको जज़ा दे। आमीन आमीन। तो मैं आया था, लेकिन मैं फिर चले गया दोबारा, हाँ, बिजी वो- हो गया था। वो हमारा खुतबा लंबा हो गया। हाँ जी, नहीं माशाल्लाह बहुत अच्छे। ताहिर साहब भी बहुत अच्छा बताते हैं, आप भी। मेरा एक सवाल है जी भाई। कि जब गैरस जमात अक्सर जो हैं वो दूसरी ब्रॉड पे, इधर आपकी भी ब्रॉड पे आते हैं, तो वो हजूर ख़ास तौर पर हज़रत मसीह अलैहिस्सलाम के बारे में गलत बात करते हैं, गालियाँ भी देते हैं। तो क्या हम इन लोगों से आप दोबारा बहस कर सकते हैं, या इनसे अवॉइड ही करें तो ज़्यादा अच्छा है? क्योंकि मुझे- जमात तो हमें यही बताती है कि जब ये गालियां दें या इस तरह की कोई शरारत करें तो आप इनसे ज़रा दूर ही रहें, इनके लिए दुआ करें। ठीक है तो आप इस जब- बारे में क्या कहेंगे? जी, मैं वही अर्ज़ कर रहा हूँ। जब अल्लाह ताला के हजूर बंदे ने पेश होना है, तो वहाँ किसी ने कोई जवाब देना, बाप ने बेटे का देना, बेटे ने बाप का देना, माँ ने बेटे का देना, बीवी ने शोहर का देना, या शोहर ने बीवी का देना हिसाब। क्या हाँ जी, ठीक, आपने ठीक बताया, लेकिन जैसे वो कल वो काफ़ी बहस कर रही थी, वो जो मेरी अर्ज़ सुना है। आपने कितना बड़ा दावा कर दिया हमारे पास आके कि हमारे लाइफ पे ऐसे पिछले, चलो मैं ज़्यादा नहीं कहता, वैसे तो अल्हम्दुलिल्लाह मैं जब से ये जमाती लाइव कर रहा हूँ तो रिकॉर्ड है, पिछले कम से कम 1 महीने की कोई रिकॉर्डिंग ला दें कि जिसमें जो हमारे साथ गुफ्तगू करने आया और उसने टिक के घंटा 1.5-2 गुफ्तगू की है, मेरी सारी यूट्यूब पे रिकॉर्डिंगें चढ़ी हुई हैं। मैं अपना चैनल भी यहाँ पे हाईलाइट कर देता हूँ, और मैंने मिन्नों चढ़ाई हैं, मुझे कोई एडिटिंग वगैरह भी नहीं करनी आती। कहीं किसी बात करने वाले ने जो स्पेशल गुफ्तगू करने आया, उसने हज़रत मसीह मौद की शान में, जमात के मुतल्लिक़, खुलफाए वक़्त के मुतल्लिक़ जितने हमारे अब तक गुजरे, कोई ऐसा फ़िक्रा का हो जिससे जमात की या काबरीन जमात की तौहीन होती हो, मैं लाइव बंद कर दूँगा। हाँ, अपनी लाइफ के अलावा मुझे नहीं पता किसी दूसरे अहमदी की लाइफ पे क्या होता है, क्या नहीं होता। ना मैं ज़िम्मेदार हूँ, ना मैं उसका जवाब दे हूँ, ना मैं उससे जवाब ले हूँ। कोई अपने घर में क्या कर रहा है उसका मैं कोई जवाब दे नहीं, कोई जवाब ले नहीं। जी भाई। जी मियाँ जी, नहीं, मेरा क्वेश्चन ये था, मैं वैसे बात पूछ रहा हूँ कि फॉर एग्जांपल अगर मुझे कोई दावत देता है अपनी ब्रॉड पे कि आप अहमदी हैं, आप आएँ और हमारे से बात करें, तो जब मैं वहाँ जाता हूँ तो वो बहस ऐसी करते हैं जिसमें
حضرت مسیح علیہ السلام کی شان میں گستاخی کرتے ہیں اور بہت زیادہ یعنی کہ جو ایسے الفاظ یوز کرتے ہیں جو نہیں سنے جاتے ہیں ہم سے، تو کیا ہم ان کو وائڈ کریں یا اسٹل تبلیغ کرتے رہیں، ان پہ جا کے ان سے بحث کریں؟ میرا یہ سوال ہے، یا وہ ہماری براڈ پہ آتے ہیں؟ سارے ہو دائیں بائیں ہو جاؤ، چپ ہٹ جاؤ. میرا وکاس آیا. او کی حال چال ہے یار؟ نائس ٹو سی یو. او بلے 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 یار، مینوں آواز سن کے اتنا مزہ آیا نا، میں کہ باقی گلاں تے رہ گئی ایک پاسے. بڑے ہاں جی، السلام علیکم. زندہ باد یار. سو نائس ٹو ہیئر. مینوں اپنی واری دا انتظار ہی نہیں میرے کرنے. میں کہا جی وکاس دی آواز لگ رہی ہے. ہاں جی، میں کل آپ کا پروگرام سن رہا تھا، وہ جو محترمہ کے ساتھ کہ آپ ایک لگژری زندگی جی رہے ہیں اللہ تعالیٰ کے فضل جماعت احمدیہ کے برکت سے. تو آپ میں اتنی مقصد قوت برداشت ہے کہ آپ 4 لوگوں کی باتیں سن کے فیڈ اپ ہو گئے ہیں اور چاہتے ہیں کہ بات ہی نہ کریں. آپ تو اللہ کے اس سلسلے کے قاتل ہو گئے. آپ نے کبھی خلیفہ ثانی کے وقت کے بات سن لیں ابھی مائک بند رکھیں. آپ نے جا کے کبھی خلیفہ ثانی کے وقت کے جو مربی سلسلہ اس وقت جنہوں نے تبلیغ کا مقصد ہے کہ سلسلہ سنبھالا تھا یا ذمہ داری سنبھالی تھی نا، ان کی زندگی پہ ذرا نا نظر ثانی کرے، ان کی ہسٹری پڑھے. جو 25 سال 30 سال اپنے گھر سے باہر چلے گئے، انہوں نے وہاں جا کے سلسلہ تبلیغ شروع کیا. لوگوں کے پتہ نہیں کس کس قسم کے تشدد انہوں نے برداشت کیے، معاشی طور پہ پتہ نہیں کس کس قسم کی انہوں نے صحبتیں برداشت کی، اور تب یہ آ کے یہ درخت بنا ہے. میرے اور آپ جیسے یہ موبائل پرو میکس 15 پہ بیٹھ کے جو تبلیغیں کرتے ہیں نا، تو ہم نے اب جو ہو گئے ہیں ان کو بھی باہر ہی نکالنا تھا. جتنے ہمارے مقصد ہے کہ ذہنی ٹیمپرامنٹ ہائی لیول پہ ہے نا، یہ اس طرح کسی بھی، یہ جماعت کی نہیں بات، یہ غیر احمدی ہمیں کیوں نہیں مقصد ہے کہ اپنی طرف لے جا سکے. کبھی آپ نے یہ سوچا؟ وہ بھی ہمیں تبلیغ ہی کرنے آتے ہیں کہ یہ جس رستے پہ آپ ہیں یہ غلط ہیں. ہمیں کبھی برداشت ہوا ہے ان کے ساتھ بیٹھنا بھی، ان کی بات سننا بھی؟ وہ بھی ہمیں مسلمان ہی کرنے آتے ہیں کہ آپ نعوذ باللہ غلط راستے پہ ہیں. بھائی اگر آپ نے جماعت احمدیہ میں رہتے ہوئے اطفال الاحمدیہ سے لے کے، مجھے نہیں پتہ آپ کی عمر خداموں والی ہے یا انصاروں والی ہے، آپ نے جتنے جلسے یا اجلاس اپنی تنظیموں کے اٹینڈ کیے ہیں، جب ان میں مقابلہ جات ہوتے تھے نظم کے، تلاوت کے، تقریر کے، اگر 100 اطفال بیٹھے ہیں تو کتنے بچے یا خدام حصہ لیتے تھے یا انصار حصہ لیتے ہیں؟ ہر شعبے میں 5 سے 10 افراد حصہ لیتے ہیں، حالانکہ 100-200 بندہ بیٹھا ہوتا ہے بچہ. کیوں نہیں لیتے؟ ان کو بھی یہ پتہ ہوتا ہے سارا. بھائی جان یہ بھی ایک آرٹ ہے، ہر بندہ مائک پہ آ کے نہیں بول سکتا. یہ جو ہمارے پاس 30-35 لوگ بیٹھے ہیں نا، نیچے کوئی 10-15 احمدی بھی بیٹھے ہوں گے، ہر کوئی یہاں پہ ٹک ٹاک پہ، اور ان کا علم ہم سے بھی زیادہ ہوگا، جواد بھائی سے بھی زیادہ ہوگا، راشد بھائی سے بھی زیادہ ہوگا، طاہر امجد صاحب سے بھی زیادہ ہوگا، لیکن ان میں اتنی ہمت نہیں کہ وہ مائک پہ آ کے بات کر سکیں. ایک جھجک ہے. اسی طرح جو غیرت جماعت کی طرف سے یہ شعلہ بیان ہے نا، ان کے بھی یہی مقرر ہیں. نیچے تو 100 بندہ 500 بندہ بیٹھا ہوتا ہے، ان میں اگر کسی کی ہمت ہو تو وہ آ کے بات کر لیں. ان کے بھی یہی سپیکر ہیں اور ہمارے بھی یہی سپیکر ہیں. ہاں ان کا بھی ٹارگٹ نیچے ویورز ہوتا ہے، ہمارا ٹارگٹ بھی نیچے ویورز ہی ہوتا ہے کہ اچھی بات، صحیح بات، صاف ستھری قرآن و حدیث کے مطابق ان تک پہنچ جائے. اگر آپ کے مقصد گفتگو سے کسی ایک بندے کے بھی کانوں میں حق بات پہنچ گئی
تو ان کی ساری بد کلامیاں بد زبانیاں جو ہیں وہ اللہ تعالیٰ کے حضور شاید قبول ہو جائیں. اور دین میں ہوتا ہی یہی کچھ ہے. انبیاء کی ہسٹری پڑھ لیں. نبی کو کوئی مال تو نہیں بنایا اللہ تعالیٰ نے دیا تھا، نہ کوئی مولٹی فوم کے گدے دیے تھے کہ تم ان پہ لیٹو گے. نبی آتے ہی امتحان دینے کے لیے ہے. امتحان نہیں دیا تو مقصد آخری امتحان پھر انہوں نے بے شک دیا، لیکن زندگی میں اس نے نہیں دیا. ابو جہل نے زندگی میں امتحان نہیں دیا، پورا ساری زندگی گزاری ہے. انبیاء نے تکلیف زدہ زندگی اور تہذیب زدہ زندگی گزاری ہے. حضرت موسیٰ کا دیکھ لیں، ید بیضا کس لیے ہوا تھا؟ ہاتھ جل گیا تھا، امتحان میں دیا خدا کے رستے میں. حضرت عیسیٰ علیہ السلام جن کے مثل عیسیٰ ابن مریم حضرت مسیح موعود ہیں، ان کا کیا چھوٹا امتحان تھا؟ مصلوب ہوئے. رسول اکرم صلی اللہ علیہ وسلم کے امتحان دیکھے کتنے ہیں، وادی طائف سے لے کے شب ابی طالب تک. ہم نے کیا امتحان دیا؟ ہم 4 بات سن کے ہمارے ٹیمپرامنٹ اور بلڈ پریشر بی پی جو ہے وہ 200 پہ جا رہے ہیں. اگر ہم یہ مائنڈ ہمارا ہوگا تو مجھے نہیں پتا پھر جماعت کیسے. ہاں ٹھیک ہے، میں یہ نہیں کہتا کہ آپ سامنے بٹھا کے تو بدتہذیبی کرائیں، اٹھا کے نیچے ماریں. ڈسکنیکٹ آپ کے ہاتھ میں. اور میرا یہ بڑا تجربہ ہے یہاں جو فرسٹ ٹائم آیا ہے کوئی اس طرح، کیونکہ ان کی تربیت ہی ایسی ہوئی ہے بھائی. ان کو تو 5 ارکان اسلام کا نہیں پتا کہ 5 ارکان اسلام کیا ہیں. انہیں صرف یہ پتا ہے کہ رسول پاک صلی اللہ علیہ وسلم آخری نبی ہیں، لا نبی بعدی ہے، ختم نبوت ہو گئی ہے. اس کے بعد جو دعویٰ کرے گا، جو ایسا کرے گا ویسا کرے گا، وہ یہ ہوگا. لیکن حضرت عیسیٰ نے آنا ہے. اب جن کی بھائی مینٹالٹی یہ ہو، ان پہ آپ عزت و توقیر اور پتہ نہیں کیا کیا مال کھڑے کر کے بیٹھے ہیں. تو بھائی جان جزاک اللہ میاں صاحب، بہت بہت شکریہ. آپ نے بڑی تفصیل سے جواب دے دیا، مجھے سمجھ لگ گیا. جزاک اللہ آپ سب شکریہ. کو بہت بہت ہاں جی، اللہ تعالیٰ آپ بہت کو بہت خوش رکھے شکریہ. بھائی. جزاک اللہ. آپ کو خوش رکھے بھائی. ہاں جی، نہیں آپ کی میں لائیو سنتا ہوں، بہت مزہ آتا ہے. اور یہ طاہر صاحب کی بھی باتیں، ان کے ساتھ میں رہا یہ ہوں، ان دیکھ لیں سے ابھی تو میں نیچے نے آ بہت گیا. آپ کچھ کا سیکھا قرآن ہے. اور اسلام سے کوئی تعلق نہیں. تو بھائی ساڈا نہیں نا ہے تعلق. آ جا اتنے چڑھیا قرآن اور حدیث دی تعلیم دے نال آ جا اتنے چڑھ گل کر سکنا. اتاری جیمر صاحب. تو اللہ تعالیٰ آپ سب کو جزا دے. طاہر صاحب آپ کو بہت بہت میرا سلام. میاں صاحب آپ کو بھی وعلیکم بہت بھی السلام سب سننے والوں اللہ کو تعالیٰ آپ کو بھی مجھے اجازت دے. خوش رکھے، خرم رکھے، اور دعا میں یاد رکھا کریں. انشاءاللہ سب ٹھیک ہو جائے گا، پریشان نہیں ہونا. ہم ہیں نا اللہ کے مسیح کے غلام. السلام علیکم. تسی منصور بھائی اپنی موٹراں پہلے ٹھیک کر لو. مجھے پتہ نہیں چلا کہ آپ نے اٹھا لیا مجھے. جب آپ نے کال ڈالی ہوئی تو میں نے ساری آپ کو اٹھانا ہی تھا. ہاں، السلام علیکم ورحمۃ اللہ وبرکاتہ. سب سے پہلے ہم دوستوں کو یہ ایک بھائی ہیں، یہ بھائی تو نہیں ان کو میں کہہ سکتا جب تک یہ خود نہ پسند کریں. تو چلے ہم ان سے قرآن اور حدیث سے تبلیغ لیتے ہیں، اگر یہ ہمیں دے دیں تو. بھائی جان چلے گئے نا. میں سمجھ تھلے والے بھائی نے بخار. نہیں وہ نیچے کے گئے سی اپنا محمد، پتہ نہیں کیا لکھا ہے، محمد امتیاز. ہاں محمد امتیاز اتاری جمبر. صاحب. ہاں جی، وہ انہوں نے بڑے اچھے سنت نبوی داڑھی وغیرہ اور پگڑی وغیرہ رکھی تھی. تو کہہ رہے تھے آپ کا اسلام اور قرآن سے کیا تعلق ہے. تو میں نے کہا چلے آئے ہمیں آپ سمجھا دیں.
ਹਾਂ ਨਹੀਂ ਬਿਲਕੁਲ ਸਮਝਣਾ ਚਾਹੀਦਾ। ਮੈਂ ਤਾਂ ਕੁਐਸਚਨ ਹੀ ਫਿਰ ਭਾਈ ਇਹੀ ਰੱਖਦਾ ਹੁੰਦਾ ਕਿ ਮੈਨੂੰ ਸਮਝਾਓ ਕਿ ਕੁਰਾਨ ਔਰ ਹਦੀਸ ਦੀ ਕੀ ਤਾਲੀਮ ਹੈ। ਹਾਂ ਉਹ ਅੱਗੋਂ ਕਹਿੰਦੇ ਤੁਹਾਡਾ ਤਾਲੁਕ ਕੀ ਹੈ, ਵੀ ਜੇ ਨਹੀਂ ਤਾਲੁਕ ਤੇ ਬਣਾ ਦਿਓ ਤਾਲੁਕ। ਨਹੀਂ ਤੁਸੀਂ ਇਹ ਤਲਕ ਨਹੀਂ ਸਮਝਦੇ ਤੇ ਹੋ। ਤਲਕ ਨਹੀਂ ਤੇ ਫਿਰ ਸਾਨੂੰ ਇੱਥੇ ਦੱਸਣ ਕਿਉਂ ਆਏ ਹੋ ਭਾਈ? ਅਸੀਂ ਕੋ ਤੁਹਾਡੇ ਕੋ ਗਏ ਹਾਂ, ਸਾਨੂੰ ਦੱਸੋ ਕਿ ਸਾਡਾ ਕੁਰਾਨ ਹਦੀਸ ਨਾਲ ਤਲਕ ਨਹੀਂ ਹੈਗਾ। ਬਾ ਫਿਰ ਭਾਈ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੱਬੁਲ ਆਲਮੀਨ ਤੇ ਰਹਿਮਤੁਲ ਆਲਮੀਨ ਦਾ ਕੀ ਮਤਲਬ ਹੈ। ਬਾਕੀ ਇਹਨਾਂ ਨੇ ਕੀ ਸਾਨੂੰ ਸਮਝਾਉਣਾ। ਚਲੋ ਅਸੀਂ ਤੇ ਬੈਠੇ ਨਾ ਸਮਝਣ ਆਸਤੇ। ਬਿਲਕੁਲ ਬਿਲਕੁਲ। ਜੀ ਤਾਂ ਰਮਜਤ ਭਾਈ ਤੁਸੀਂ ਸੌਂ ਗਏ ਹੋ? ਨਾ ਜੀ ਨਾ, ਜਾਗਦੇ ਰਹਿਣਾ, ਸਾਡੇ ਤੇ ਨਾ ਰਹਿਣਾ। ਤੁਹਾਡੀ ਸੁਰੀਲੀ ਪੰਜ ਤੇ ਤੁਹਾਡੀ ਸੁਰੀਲੀ ਆਵਾਜ਼ 2-4 ਮਿੰਟ 5 ਮਿੰਟ ਨਾ ਆਵੇ ਤਾਂ ਲੱਗਦਾ ਜਿਵੇਂ ਕੰਮ ਵੱਧ ਗਿਆ। लगता है सुकून आ गया, जिंदगी की इम्पोर्टेंट है। ਕੰਮ ਵੱਧ ਗਿਆ ਮੁਖਤਾਰਿਆ। और लहजे में पड़ी थी जो गिरा खोल रहा हूँ, मैं अपने कबीले की जुबां बोल रहा हूँ। ਬਿਲਕੁਲ ਮਾਸ਼ਾਅੱਲਾ ਮਾਸ਼ਾਅੱਲਾ। ਤਾਂ ਸਾਹਿਬ ਸਿਰਫ ਸ਼ੇਰ ਹੀ ਆਉਂਦੇ ਕਿ ਕੋਈ ਕੁਰਾਨ ਹਦੀਸ ਤੋਂ ਵੀ ਕੋਈ ਗੱਲ ਆਉਂਦੀ? ਅੱਛਾ, ਉਹ ਤੁਹਾਨੂੰ ਹਾਫਜ਼ ਟਕਰਨ, ਤੁਹਾਨੂੰ ਮੁਫੱਸਰ ਲੈ ਦੇ ਜਾਣ, ਉਹ ਕੌਣ ਲੋਗ ਤੁਸੀਂ ਓਏ? ਤੁਹਾਨੂੰ ਦੇ ਬੜੇ ਤੁਹਾਨੂੰ ਕੁਰਾਨੀਆਤ ਦਾ ਸਬਕ ਪੜ੍ਹਾਉਣ ਤੁਹਾਨੂੰ ਓਏ, ਤੁਹਾਨੂੰ ਰਾਤੀ ਸਾਦਿਆ ਵੀ ਉਹੀ ਖਾਬਾਂ ਆਣ ਓਏ। ਕੌਣ ਲੋਗ ਤੁਸੀਂ? ਕਿਸ ਡਿਜ਼ਾਈਨ ਦੇ ਬਣ ਚੁੱਕੇ ਹੋ ਤੁਸੀਂ? ਨਹੀਂ ਤਾਂ ਸਾਹਿਬ ਉਹ ਵਾਲੀ ਇੱਕ ਲੱਗੜ ਮਗੜ ਦਗੜ ਅਗਰ ਲਗਣ ਮਗੜ ਮੇਰੇ ਲਾਵਰ ਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲੱਖ ਲੱਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ, ਦਰਦ ਮੰਦਾ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਤੇ ਉਹ ਫਿਰ ਉੱਠ ਜਿਹੜਾ ਨਾ ਉਹ ਕੰਮ ਚੁੱਕ ਜਾਂਦਾ ਹੈ। ਕੰਮ ਚੁੱਕ ਦਿੰਦਾ। वैसे तेरा ध्यान वैसे किधर है? तार भाई ये जो आप कॉपी करते हैं ना उसको, तारक अजीज को, वेरी फाइन, बहुत प्यारा। ये तारक अजीज ने भी ये पढ़ा हुआ है ना कलाम? अजाखा वारिस शाह ਨੂੰ? हाँ अच्छा, शायद हम पढ़ा होगा यकीनन तारक अजीज की। क्या बात। मैं जो मुझे जो तहत लफ्ज़ में पढ़ने वालों में जो सबसे ज़्यादा पसंद है वो ज़िया मुहीउद्दीन। उनका तलफ़ुज़ और उनका अदायगी जो है वो बहुत ही खूबसूरत थी। और अहमदी जो हैं शुआरा, उनमें अहमद मुबारक साहब हैं, ग़ालिबन USA में होते हैं। उनकी अदायगी और तलफ़ुज़ और लब लहजा बहुत अच्छा है। लेकिन मैंने कोई शौरी कोशिश तो नहीं करता कि किसी को कॉपी करूं या उस स्टाइल पर चलूं, बल्कि मैं समझता हूं कि जो कुछ भी हूं मैं अपनी ही तरह का हूं अलीम, गालिब नहीं हूं मीरो या गाना नहीं हूं मैं। हर एक का अपना अंदाज़ होता है, लेकिन ये है कि गैर शौरी तौर पर और शौरी तौर पर असरानंदाज तो होते हैं जो खलीफा राबी के दौर में हुए हैं। नहीं, मुझे याद आ रहा है तारक अजीज ने वो पढ़ा था बुए पारियाँ, वो जो लाहौर की हम मकसद है वो दरवाजे और बारियाँ जो है ना बुए बारियाँ। हदीका कियानी ने वो है ना वो जो है ना तारक अजीज शायद उसमें पढ़ा, लेकिन जो मशहूर हैं जो अदायगी में वो ज़िया मुहीउद्दीन है। जो तारक अजीज जो है ना वो ज़िया मुहीउद्दीन उर्दू में है ज़्यादा,
लेकिन वो इस तरह के जो उर्दू और फ़ारसी में, क्योंकि वो फ़ारसी और असल हैं, और फ़ारसी की वो बहुत ही उम्दा, जब फ़ारसी पढ़ते हैं तो एक ख़ास कैफियत तारी हो जाती है। उर्दू की अदायगी भी उनसे बेहतर मैंने तो नहीं कभी किसी की सुनी। ज़िया मुहीउद्दीन। नहीं वो ठीक है, लेकिन जो तारक अजीज साहब का, उनका तो आपको पता ही, अपना ही एक्सेंट था और अपनी ही अदायगी थी। अच्छा, नीचे भी हमारे पास एक भाई साहब बैठे हैं, नज़म तो बड़ी पढ़ते हैं, मैंने 2 दफ़ा इनवाइट किया, पता नहीं उनके पास टाइम नहीं है, बिज़ी हैं। जमात की नज़में बड़े तरन्नुम से पढ़ते हैं। शायद वो अभी फैसला नहीं कर पा रहे कि ये जमाती लाइव है या कोई वो है अपना क्या कहते हैं सेकुलर लाइव है। अच्छा जी, अफाक रंजा ये साहब। फेवर भाई डंडा सोटा अपने भाई हैं या कोई? नहीं, डंडा सोटा अपने नहीं है, लेकिन ये न्यूट्रल ही हैं, कोई नहीं, मेरे साथ अच्छे तरीके से पेश आते हैं, मेहरबानी है इनकी। जी अफाक भाई, वेलकम, अस्सलाम वालेकुम। वालेकुम सलाम। ये सब क्या हाल चाल है? तबीयत से कैसी है? अल्हम्दुलिल्लाह ठीक ठाक भाई, आप सुनाए? भी शुक्र अल्लाह का, अल्लाह का फजल है। अक्खां खुल गई, दिन चढ़ गया? हाँ जी। क्या बात। बस तैयार हो गए हैं, तैयार हो गए हैं, काम पे जाना, हाफ डे लगा के आना, उसके बाद जो है फिर इज्तिमा पे जाना है। माशाल्लाह, क्या बात है, क्या बात है। जी। और अफाक भाई, क्या आपके मकसद हॉबीज़ हैं, क्या करते हैं? हॉबीज़ वगैरह वैसे तो पहले तो थी, गेम थी वो, अब इधर तो वो इतना टाइम नहीं मिलता, तो इधर आपको पता है टाइम कितना मिलता है, वो फिर तरबियत का शोबा मिला हुआ है, माशाल्लाह। तो उस हवाले से फिर जो है थोड़ा बहुत काम घर में, फिर आपको पता है इधर आके छड़े वाला साहब तन पता है, फिर हाँ रोटी जी, हाँ शोटी जी, पकानी ये बिल्कुल। वो उसमें टाइम गुजर जाता है बस। हाँ जी, वो डंडा सोटा साहब तुसी मंदे रहो, असीं तुहानूं रोकिया? ये डंडा सोटा नीडल है कि शैब है? हाँ जी, शैब है मेरे ख्याल से। मुझे नहीं पता कौन है, लेकिन बहरहाल शुरू में कुछ करते थे, मकसद है कि अप एंड डाउन, तो लेकिन अब मतलब आराम से करते हैं बात। ज़रा जवाद भाई संभालिएगा, मेरा एक फ़ोन आ रहा है, या मंसूर भाई, मैं सुन लूँ। हाँ जी जी, जी। ये मंसूर भाई क्या हाल है आपके? ठीक ठाक जवाद भाई, मैं आपसे मुखातब होने वाला था, मैंने कहा बड़े मुश्क बैठे हैं, एमजी भाई भी जरा एक्टिव करें सबको। हमारा तो दिन चल रहा है ना, अभी तो काम चल रहा है, हम तो सारे कामों पे अच्छा होंगे। कनाडा अमेरिका वाले अच्छा। इस वक्त कामों पे है, थोड़ी देर में छुट्टियां होंगी, छुट्टी होगी तो फिर जरा बोलने वाली तरफ आएंगे। नहीं तो अभी काम का टाइम तो 5-6 घंटे का डिफरेंस है ना, तो अभी तो मेरा ख्याल 7-8 बज गए होंगे। नहीं, हमारे 6:30 हुए हैं, मेरे और ताहिर भाई। हाँ तो 5 बजे तक नहीं होता वर्किंग आवर्स, 5 या 6 बजे मंसूर भाई सब आपकी तरह अफसर लोग नहीं है ना। खाक साहब कितना अफसर बनाता जे। हाँ जी, मैं 8 बजे तक 7:30-8 बजे तक करता हूँ काम, कभी 6:30 में। अच्छा अच्छा अच्छा। कई दफ़ा 9 बज जाते हैं घर पहुँचते नहीं बस पहुँचते। वो डिपेंड करता है शिफ्ट का भी। हाँ आप नहीं जवाद भाई आप करते क्या है? मेरे एमजी भाई, मेरा अपना काम है, मैंने आपको शायद पहले बताया था कि मेरा कमर्शियल कंस्ट्रक्शन का काम है, हाँ ठीक और है, याद आ गया। तो इसलिए वो टाइमिंग सुबह की बेशक लेट स्टार्ट करें, फिर लेट 9-10 भी बज जाते हैं कई दफ़ा।
सही है, सही है। डंडा सोटा भाई ऊपर आए, गुफ्तगू करते हैं प्यार मोहब्बत से। रखें, आप अपना सवाल रख सकते हैं। डंडा सोटा भाई ये ने तो इतनी मुश्किल से आईडी बनाई है, वो क्यों ऊपर आए? असली आईडी से ऊपर आएंगे तो वो लेंगे नहीं हम। आपने नीचे डंडा सोटा लिखा हुआ है, तो हम तो डर रहे हैं कि कोई ऊपर आके आप डंडा सोटा ना चला दें, लेकिन फिर भी हम नीचे बुखारी भाई नहीं बोले बड़े अच्छे से। डंडा सोटा सेम ही चीज नहीं है, डंडा भी वही होता है, सोटा भी वही होता है। हाँ जी, दोहरी डंडा नहीं होना चाहिए वैसे भी। वो वाला चलाते हैं ना, एक तरफ से डंडा चलता है, एक तरफ से सोटा चलता है। और जे तू डंडा चलाएगा मैं सोटा चलावांगा। क्या लिख क्या रहे हैं नीचे? वो कुछ लिख रहे हैं कि एक तो वो कह रहे हैं कि ला नबी आबादी पर पक्का यकीन है बिना किसी इंसानी तावीलात के। तो इस पे तो फिर इस पे मैं आपको बताता हूँ, फरमागे हादी ला नबी आबादी, लेकिन हज़रत ईसा अलैहिस्सलाम ज़िंदा है, क़यामत के दिन तक ज़िंदा है, और क़यामत वाले दिन जब पूरी दुनिया फौत हो जाएगी तब भी ज़िंदा होंगे, और वो अल्लाह ताला को सारी अपनी रुदात बता रहे होंगे। आगे चले। दूसरे बस बदतमीजी नहीं करता, ये कहना चाह रहे, ना गालियाँ देता हूँ। ये तो बहुत अच्छी बात है, अच्छी बात है, ये तो अच्छी बात है। ये तो बहुत ही अच्छी बात है। इसमें जितनी आपकी तारीफ की जाए वो कम है कि ना। वो असल में मेरे से सुनना चाहते हैं, और पिछले दिनों एक बहस हुई थी, तो रिकॉर्डिंग डंडा सोटा भाई आ जाएं, ऊपर आ जाएं, अपनी कराएं, तारुफ करवाएं, तो वो कब बात कर लेते हैं, पता तो चले। वो और नीचे फिर लिख रहे हैं, अव्वल मुस्ताक की वजाहत कर दें प्लीज़, आपका मौक़िफ़ रिकॉर्ड करना चाहता हूँ, अगर आप कर सकते हो वजाहत। अव्वल मुस्ताक कौन है प्लीज़? कौन कौन है? अव्वल अव्वल मुस्ताक कौन है? ये वो इस्मो अहमद वाली आयत की बात कर रहे हैं। नहीं, वो अव्वल मुस्ताक जिसको सुने अव्वल मुस्ताक वही है जिसको अल्लाह अव्वल मुस्ताक बनाए। हम कौन होते हैं बताने वाले? नहीं, मेरा ख्याल ये सूरह जुम्मा वाली आयत की बात कर रहे हैं शायद। नहीं, उन्होंने कोई जिक्र किया है कुरान का, उन्होंने सिर्फ क्या अव्वल मुस्ताक। तो अव्वल मुस्ताक जो जिस जमाने में भी अल्लाह जिसको बनाए वो अव्वल मुस्ताक है। आप क्यों परेशान हो? मैं आपको ना इसकी बैकग्राउंड बता देता हूँ जो ये नीचे बोल रहे हैं। अच्छा, क्योंकि वो मुझे ही मेंशन कर रहे हैं। एक दफ़ा कुछ मैं से 2 हफ्ते पहले पुरानी बात है, ये बहस चल रही थी, तो एक गैर अहमदी भाई थे, उन्होंने इन्हें कहा कि इनकी ब्रॉड पे कि आप किसी एक अहमदी को उठा लें तो वो आपको जवाब देंगे। वो थोड़े से अहमदियत से मुतासर थे, तो इसलिए ये मंसूर भाई वो 4-5 लोग उनके साथ बात कर रहे थे, तो उन्होंने कहा मेरे से जो सवाल कर रहे हो तो नीचे से कोई अहमदी उठा लें। तो उन्होंने कहा कि ठीक है, आप जिसको कहते हैं मैं उठा लेता हूँ। तो मैं नीचे बैठा हुआ था, उन्होंने मेरा नाम ले लिया कि इनको जवाब भाई को उठा लें, वो आपको जवाब देंगे। तो मैंने कहा चलें, अगर उन्होंने कह दिया तो मैं ऊपर चला गया। ऊपर गया तो सीकर और शुएब राजा ये दोनों पहले लगे रहे इस पे। वो काफ़ी आधा घंटा बात चलती रही, तो फिर आमिर नज़ीर आ गया। फिर वो आमिर नज़ीर जब आया तो वो बेसिकली एम्बुलेंस बन के आया सीकर और शुएब के लिए। तो आमिर नज़ीर से जब बात हो रही थी तो उसने बात ये तय हुई कि मैंने उसको कहा कि अपने मुसलमात में से हवाला पेश कर दो। हवाला क्या पेश करना था कि रसूल करीम सल्लल्लाहु अलैहि वसल्लम की ज़िंदगी में जब तक वो आयत नहीं थी नाज़िल हुई, उससे पहले उन्हें अहमद कहा जाता था। वो कहता है मैं साबित करूँगा कि उन्हें अहमद के नाम से पुकारा भी जाता था और कहा भी जाता था। तो मैंने कहा हवाला पेश करो। उसने जो पहला हवाला पेश किया
वो ये हुआ कि वो एक रवायत थी जो रसूल करीम सल्लल्लाहु अलैहि वसल्लम की पैदाइश से पहले की बात हो रही थी, तो वो हवाला उसका ख़त्म हो गया। फिर उसने दूसरा हवाला पेश किया, तो वो भी रवायत ऐसी थी, एक सहाबी कह रहे थे कि जब रसूल करीम सल्लल्लाहु अलैहि वसल्लम पैदा नहीं थे हुए तो जो लोग हैं हम अहमद नबी का इंतज़ार कर रहे थे, तब वो भी हवाला जो इनवैलिड हो गया कि उनकी ज़िंदगी में तो ना साबित हो सका। फिर तीसरा हवाला उसने क्या किया आमिर नज़ीर ने कि कैमरा उसका ऑन था, उसने बड़ा जूम करके ना मतलब करीब करके एक हवाला पढ़ा जिसमें लिखा हुआ था कि हज़रत सल्लल्लाहु अलैहि वसल्लम ही मोहम्मद हैं और अहमद है। अब उस हवाले पे मैंने उसे कहा कि जी ये जो हवाला तुमने तीसरा पेश किया है ये मेरी तायद में है, इसका रेफरेंस दे दो क्या है। पहले दो के उसने रेफरेंस दिए, किताब का टाइटल दिखाया, सफ़ा नंबर दिखाया और हवाला दिखाया। तीसरे पे जब उसने कहा जी ये हवाला है, इस पे बताएं क्या कमेंट है, उसने क्या किया कि उसका टाइटल और रेफरेंस ना दिखाया और कैमरा बंद कर दिया। वो फिर मैंने कहा नहीं ये जो तीसरा हवाला है ये मेरी तायद में है, इसका रेफरेंस दो और इसका हवाला दो। कहता नहीं देना, चौथा हवाला। मैं कहा नहीं तीसरे हवाले पे रहना है। वो आधा घंटा तीसरे हवाले की बात होती रही कि कैमरा ऑन करके तीसरे हवाला जो पेश किया है उसका टाइटल और रेफरेंस दे दो। अब वो दे नहीं था सकता, वो ऐसा बम्प उसने खुद ही लगा लिया था कि अगर वो कैमरा ऑन करता तो फट जाता। वो आधा घंटा इस पे तकरार होता रहा। एंड पे उसके अपने लोग भी कहना शुरू कर दिया कि तुम हवाला दे दो, हवाला बता दो। हवाला किधर से देता, हवाला वो दे रहा था मसीह मौद की किताब का। तो वो फिर जब काफ़ी लोगों ने उसको इसरार किया तो उसने जब हवाला खोला तो वो मसीह मौद की किताब का था। तो फिर उसको वो टॉक मास्टर और वो सारे उन्होंने कहा कि नहीं तुम जब तुमने बात ये की थी कि तुम अपने मुसलमात में से रेफरेंस दोगे, तुमने तो इनके मुसलमात में से रेफरेंस दे दिया। तो वो फिर बात मतलब उधर ख़त्म हो गई। वो काफ़ी डिबेट, अच्छी डिबेट चली। तो ये नीचे जो है ना ये उसी रेफरेंस से बात कर रहे हैं बार बार के हवाला वो रिकॉर्ड कराओ कि अहमद का अव्वल मज़दाक कौन है। इस बारे में अगर आप तफसीर हज़रत मसीह मौद पढ़ लें ना तो उससे काफ़ी चीज़ें हाँ जी, क्लियर हो जाएगी। बिल्कुल 100%। और जितनी भी गलत फहमियाँ होती हैं वो सारी की सारी क्लियर हो जाएगी। लेकिन एमजी भाई वो थोड़ा सा ना ये इसको ट्विस्ट करके ये कहना चाहते हैं कि जो रसूल करीम सल्लल्लाहु अलैहि वसल्लम को अपने ताई अंदर से निकालना चाहते हैं, हमारे ज़ुबान में वो चीज़ डालना चाहते हैं। वो फिर कह रहा है कि जो ऐसा बता दें कौन है पहला मज़दाक। भाई मेरे आप ऊपर आएँ, बात कर लें, बोलें और बात कर लें। अब अपनी असली आईडी से आए ना। ये बुखारी भाई नीचे जो आईडी है ये बोले नहीं है। जवाद भाई जी 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 अस्सलाम फाक भाई। वालेकुम। जी फाक भाई अस्सलाम वालेकुम। आप ना इनको जितना मर्जी जवाब दे देंगे ना इन्होंने ना मानना नहीं है। वालेकुम सलाम। आप जितना मर्जी इनको जवाब दे दें इन्होंने मानना नहीं है। रात को ही वो उर्फी भाई बैठे हुए थे ना साथ, उस टाइम मियाँ साहब भी थे एक लाइव पे, तो वहाँ पर भट्ट साहब आए थे। भट्ट साहब ने वीडियो ना अपने अकाबरीन में बराबर तकसीम कर दें तो मुसलसल प्रोपेगेंडा करेंगे कि ताहिर बदजुबान है, बदकलाम है, ये देखो ये कितनी सख्त बात करता है। क्या सख्त बात करता? अच्छा ना वेको ने लिखा गदाए दर बतूल सलाम अलैहा। एक बतूल ते गदा जे दर फिट्टे मुँह लख दी लानत तेरे नाम किना दा इस्तेमाल करदा पे डुब के मर जा बेगैरत दिया बच्चे।